सतनाम वाहिगुरु साहिब जीओ। श्लोक महला पहला। भै विच पवन बहै सद बाओ, भै विच चलह लख दरियाओ, भै विच अगन कढै बेगार, भै विच धरती दबी भार, भै विच इंद फिरै सिर भार, भै विच राजा धर्म दुआर, भै विच सूरज भै विच चंद, को करोड़ी चलत ना अंत, भै विच सिद्ध बुद्ध सुरनाथ, भै विच आडाणे आकाश, भै विच जोध महाबल सूर, भै विच आवह जावह पूर, सगलिया पौ लिखिया सिर लेख, नानक निरभौ निरंकार सच एक, सगलिया पौ लिखिया सिर लेख, नानक निरभौ निरंकार सच एक। परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा, वाहिगुरु जी की फतेह। गुरमुख प्यारिओ, वाहिगुरु की किरपा दे नाल आपां सिख धर्म के मोढी धन धन श्री गुरु नानक देव सच्चे पातशाह जी के मुबारक मुख विचों उचारण की हुई बार जो आसा की बार है, इहदी विचार कर रहे हैं। 3 पौड़ियां ਅਤੇ ਸਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਚੌਥੀ ਪੌੜੀ ਅਤੇ ਸਲੋਕਾਂ ਦੀ ਵਿਚਾਰ ਆਪਾਂ ਕਰਾਂਗੇ। ਗੁਰਮੁਖ ਪਿਆਰਿਓ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਗਿਆਨ ਹੈ, ਪ੍ਰਕਾਸ਼ ਹੈ, ਤੇ ਕਰਮਾਂ ਭਾਗਾਂ ਵਾਲੇ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਆ, ਮਿਹਨਤ ਕਰਦੇ ਆ, ਤਾਂ ਉਹਨਾਂ ਦੇ ਅੰਦਰ बस जाती है, उन्होंने अंदर चानण हो जाता, उन्होंने अंदर प्रकाश हो जाता। वो जीवन की बाजी जित के जाते हैं, हार के नहीं जाते। परमात्मा अकाल पुरख वाहिगुरु अल्लाह बीठल गॉड सुप्रीम पावर वो इक्को ही है, तो एक दे अधीन ही सारा कुछ चल रहा। जिन्नी कायनात चल रही है वो अकाल पुरख परमात्मा वाहिगुरु दे हुक्म दे विच चल रही है। उहदे हुक्म तो बाहर कुछ भी नहीं हो सकता। उहदा भै आ, उहदा परमात्मा वाहिगुरु दा डर आ, एक निर्मल भौ जिहनूं कह लईए, उहदा करके सारी कुदरत चल रही है। केवल निरभौ वो निरंकार ही है, क्योंकि जिहदा आकार नहीं उही निरभौ आ। बाकी सारे जिन्ने असीं जीव जंतु आ, जिन्नी भी प्रकृति आ, जिन्ने भी मनुख आ, सारिਆਂ ਦੇ अंदर वो परमात्मा ਦਾ ਭੈ ਆ। ਜਾਂ ਆਪਾਂ ਐਂ ਕਹਿ ਲਈਏ ਵੀ मौत ਦਾ डर ਸਭ ਨੂੰ ਆ। जो उपजियो सो बिनस है परो आज कै काल। ਤੇ ਜਿਹੜਾ ਉਪਜਿਆ ਹੀ ਨਹੀਂ, ਜਿਹੜਾ ਪੈਦਾ ਹੀ ਨਹੀਂ ਹੋਇਆ, ਜਿਹੜਾ ਜੂਨੀਆਂ ਦੇ ਵਿੱਚ ਹੀ ਨਹੀਂ ਆਉਂਦਾ, ਉਹ ਖਤਮ ਕਿਵੇਂ ਹੋਵੇਗਾ। ਉਹ ਨਾਮ परमात्मा अकाल पुरख वाहिगुरु का सच है। आद सच जुगाद सच है, भी सच नानक होसी भी सच। बाकी जिन्नी प्रकृति है वो भै विच चल रही है। गुरु बाबा जी ये आपां नूं सलोक दे विच समझा रहे हैं। आओ मन बिरतियां एकाग्र करके सरवण करिए जी। भै विच पवन बहै सद बाओ। वो परमात्मा अकाल पुरख वाहिगुरु दे भै दे विच ही, हुक्म दे विच ही ये पवन चल रही है। पवन दा करके स्वासां दा करके असीं जिउंदे आ। ਇਹਦੇ ਵਿੱਚ ਮਾਤਰਾ ਆਕਸੀਜਨ ਦੀ ਘਟ ਜੇ ਤਾਂ ਅਸੀਂ ਔਖੇ ਹੋ ਜਾਂਦੇ ਆ। ਜਿੰਨੀ ਜਿੰਨੀ ਚੀਜ਼ ਜੋ ਜੋ ਚਾਹੀਦੀ ਹੈ, ਹਵਾ ਜਿਸ ਤਰ੍ਹਾਂ ਚੱਲਣੀ ਚਾਹੀਦੀ ਹੈ ਉਸ ਤਰ੍ਹਾਂ ਚੱਲ ਰਹੀ ਹੈ। ਇਹ ਵੀ ਉਹ ਪਰਮਾਤਮਾ ਵਾਹਿਗੁਰੂ ਦੇ
ਹੁਕਮ ਦੇ ਵਿੱਚ ਹੀ ਚੱਲ ਰਹੀ ਹੈ। ਭੈ ਵਿੱਚ ਚੱਲਹਿ ਲੱਖ ਦਰਿਆਓ, ਲੱਖਾਂ ਦਰਿਆ ਚੱਲ ਰਹੇ ਆ, ਉਹ ਵੀ ਪ੍ਰਮਾਤਮਾ ਵਾਹਿਗੁਰੂ ਦੇ ਭੈ ਵਿੱਚ ਹੀ ਚੱਲ ਰਹੇ ਆ। ਜਾਂ ਜੀਵਨ ਦੇ ਦਰਿਆ ਅਨੇਕਾਂ ਜਿਹੜੀਆਂ ਜੀਵ ਜੰਤੂ ਦੀਆਂ ਜਿਹੜੀਆਂ ਜੂਨਾਂ, ਉਹ ਜੂਨਾਂ ਰੂਪੀ ਦਰਿਆ ਚੱਲ ਰਹੇ ਆ, ਉਹ ਵੀ ਪ੍ਰਮਾਤਮਾ ਦੇ ਭੈ ਵਿੱਚ ਚੱਲ ਰਹੇ ਹਨ। ਭੈ ਵਿੱਚ ਅਗਨ ਕੱਢੈ ਬੇਗਾਰ, ਤੇ ਪ੍ਰਮਾਤਮਾ ਦੇ ਭੈ ਦੇ ਵਿੱਚ, ਹੁਕਮ ਦੇ ਵਿੱਚ ਹੀ ਅੱਗ ਆ ਜਿਹੜੀ ਇਹ ਬਿਗਾਰੀ ਕਰਦੀ ਫਿਰਦੀ ਹੈ, ਇਹ ਸੇਵਾ ਕਰਦੀ ਫਿਰਦੀ ਹੈ, ਖਾਣਾ ਪਕਾਉਂਦੀ ਹੈ। ਤੇ ਜਾਂ ਆਪਾਂ ਕਹਿ ਲਈਏ ਅਨੇਕਾਂ ਫੈਕਟਰੀਆਂ ਚੱਲਦੀਆਂ, ਅਨੇਕਾਂ ਤਰੀਕਿਆਂ ਦੇ ਨਾਲ ਇਹ ਅੱਗ ਸੇਵਾ ਕਰ ਰਹੀ ਹੈ। ਸਾਡੇ ਅੰਦਰ ਵੀ ਜਠਰ ਅਗਨੀ ਬਲ ਰਹੀ ਹੈ, ਜਿਹਦੇ ਨਾਲ ਸਾਡਾ ਖਾਣਾ ਹਜਮ ਹੋ ਰਿਹਾ। ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੀ ਅੱਗ ਆ ਜਿਹੜੀ ਇਹ ਬਿਗਾਰੀ ਕਰ ਰਹੀ ਹੈ, ਚੱਲ ਰਹੀ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਤੇ ਉਹ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਧਰਤੀ ਹੈ। ਇਹ ਧਰਤੀ ਕਿਹੜਾ ਊਂ ਟਿਕੀ ਪਈ ਹੈ, ਪਾਣੀ ਦੇ ਉੱਪਰ ਟਿਕੀ ਹੋਈ ਹੈ, ਵਾਈਬ੍ਰੇਸ਼ਨ ਚੱਲ ਰਹੀ ਹੈ, ਹਿੱਲ ਰਹੀ ਹੈ, ਘੁੰਮ ਰਹੀ ਹੈ, ਕੀ ਕੁਝ ਹੋ ਰਿਹਾ। ਇਹਦੇ 'ਤੇ ਕਿੰਨਾ ਬਿਲਡਿੰਗਾਂ ਦਾ ਭਾਰ ਆ, ਕਿੰਨਾ ਜਿਹੜਾ ਹੈ ਪਾਣੀ ਦਾ, ਪਹਾੜਾਂ ਦਾ ਭਾਰ ਆ। ਇਹ ਵੀ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ। ਦੇਖੋ ਘੁੰਮੀ ਵੀ ਜਾਂਦੀ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਪਾਣੀ ਤੇ ਪ੍ਰਮਾਤਮਾ ਨੇ ਇਹ ਧਰਤੀ ਹੁਕਮ ਦੇ ਵਿੱਚ ਹੀ ਟਿਕਾ ਕੇ ਰੱਖੀ ਹੋਈ ਹੈ ਜੀ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ, ਭੈ ਦੇ ਵਿੱਚ ਹੀ ਇੰਦ ਤੋਂ ਭਾਵ ਹੈ ਬੱਦਲ। ਬੱਦਲ ਫਿਰੈ ਸਿਰ ਭਾਰ, ਮਣਾ ਮੂੰਹੀ ਭਾਰ ਪਾਣੀ ਦਾ ਲੈ ਕੇ ਸਿਰ ਪਰਨੇ ਚੱਲੀ ਜਾਂਦਾ ਬੱਦਲ। ਇਹ ਵੀ ਉਹਦੇ ਹੁਕਮ ਦੇ ਵਿੱਚ, ਉਹਦੇ ਭੈ ਦੇ ਵਿੱਚ ਹੀ ਹੈ। ਜਦੋਂ ਵਰਦਾ ਤੇ ਕੁਆਂਟਲਾਂ ਦੇ ਹਿਸਾਬ ਨਾਲ ਕਿੰਨਾ ਪਾਣੀ ਡਿੱਗ ਪੈਂਦਾ, ਤੇ ਕਿੰਨਾ ਪਾਣੀ ਇਹ ਬੱਦਲ ਚੱਕੀ ਫਿਰਦੇ ਆ, ਇਹ ਵੀ ਹੁਕਮ ਦੇ ਵਿੱਚ ਹੀ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਤੇ ਧਰਮ ਰਾਜਾ ਵੀ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਆ। ਉਹ ਵੀ ਕਿਸੇ ਵੀ ਜੀਵ ਦੇ ਨਾਲ ਰਿਸ਼ਵਤ ਲੈ ਕੇ ਇੱਧਰ ਉੱਧਰ ਨਹੀਂ ਕਰ ਸਕਦਾ, ਕਿਸੇ ਦਾ ਲੇਖਾ ਨਹੀਂ ਬਦਲ ਸਕਦਾ। ਉਹ ਵੀ ਹੁਕਮ ਦੇ ਅਨੁਸਾਰ ਹੀ ਆ, ਉਹਨੇ ਵੀ ਸੱਚਾ ਹੀ ਲੇਖਾ ਲਿਖਣਾ ਜੀਵਾਂ ਦਾ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਤੇ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਸੂਰਜ ਆ, ਤੇ ਭੈ ਦੇ ਵਿੱਚ ਹੀ ਚੰਦ ਆ। ਪ੍ਰਮਾਤਮਾ ਵਾਹਿਗੁਰੂ ਦੇ ਨਿਰਮਲ ਭਉ ਦੇ ਵਿੱਚ ਕਹਿ ਲਈਏ, ਹੁਕਮ ਦੇ ਵਿੱਚ ਹੀ ਕਹਿ ਲਈਏ, ਇਹ ਚੰਦ ਤੇ ਸੂਰਜ ਵੀ ਚੱਲ ਰਹੇ ਹਨ। ਕੋ ਕਰੋੜੀ ਚਲਤ ਨਾ ਅੰਤ, ਪਤਾ ਨਹੀਂ ਕਿੰਨਾ ਕੁ ਇਹਨਾਂ ਨੇ ਸਫ਼ਰ ਕਰ ਲਿਆ, ਕਿੰਨੀ ਦੇਰ ਹੋ ਗਈ ਪ੍ਰਕਿਰਤੀ ਬਣੀ ਨੂੰ, ਉਸੇ ਤਰ੍ਹਾਂ ਚੱਲੀ ਜਾਂਦੇ ਆ। ਇਹਨਾਂ ਦਾ ਅੰਤ ਹੀ ਕੋਈ ਨਹੀਂ, ਪਤਾ ਨਹੀਂ ਕਿੰਨਾ ਚਿਰ ਹਲੇ ਇਹਨਾਂ ਨੇ ਇਸੇ ਤਰ੍ਹਾਂ ਸੇਵਾ ਕਰੀ ਜਾਣੀ ਹੈ। ਸੂਰਜ ਆ ਦੇਖੋ ਜਗਦਾ, ਚੰਦਰਮਾ ਉਹ ਤੋਂ ਰੋਸ਼ਨੀ ਲੈ ਕੇ ਰਾਤ ਨੂੰ ਜਿਹੜਾ ਹੈ ਠੰਡੀ ਰੋਸ਼ਨੀ ਦਿੰਦਾ, ਉਹਦੇ ਨਾਲ ਫਲਾਂ ਦੇ ਵਿੱਚ ਜਿਹੜਾ ਦੁੱਧ ਪੈਂਦਾ, ਰਸ ਪੈਂਦਾ, ਉਹ ਚੰਦ ਦੀ ਚਾਨਣੀ ਕਰਕੇ ਪੈਂਦਾ। ਕੀ ਸਿਸਟਮ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਬਣਾਇਆ, ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਜੀ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਦੇ ਵਿੱਚ ਹੀ ਸਿੱਧੀਆਂ ਪ੍ਰਾਪਤ ਹੁੰਦੀਆਂ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਸਵਾਸ ਵੀ ਨਹੀਂ ਮਨੁੱਖ ਲੈ ਸਕਦਾ ਉਹਦੇ ਹੁਕਮ ਤੋਂ ਬਿਨਾਂ ਤਾਂ। ਤੇ ਭੈ ਦੇ ਵਿੱਚ ਹੀ, ਹੁਕਮ ਦੇ ਵਿੱਚ ਹੀ ਸਿੱਧੀਆਂ ਬੁੱਧੀ ਪ੍ਰਾਪਤ ਹੁੰਦੀ ਹੈ। ਸੁਰਨਾਥ ਦੇਵਤਿਆਂ ਵਰਗੇ ਮਨੁੱਖ, ਚੰਗੇ ਮਨੁੱਖ, ਉਹ ਵੀ ਹੁਕਮ ਦੇ ਵਿੱਚ ਹੀ ਪੈਦਾ ਹੁੰਦੇ ਹਨ। ਭੈ ਵਿੱਚ ਆਡਾਣੇ ਆਕਾਸ਼, ਉਹ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਆਕਾਸ਼ ਜਿਵੇਂ ਮੂੰਹ ਅੱਡੀ ਖੜਾ ਹੁੰਦਾ ਨਾ, ਇਸ ਤਰ੍ਹਾਂ ਆਡਾਣੇ ਆਕਾਸ਼, ਆਕਾਸ਼ ਨੇ ਮੂੰਹ ਅੱਡਿਆ ਹੋਇਆ। ਇਹ ਧਰਤੀ ਆ, ਉੱਪਰ ਆਕਾਸ਼ ਆ। ਜਿਵੇਂ ਕਿਸੇ ਨੇ ਕਿਹਾ ਸੀ 4 ਲਾਈਨਾਂ ਦੇ ਵਿੱਚ ਵੀ ਪੂਰੀ ਦੁਨੀਆ ਦਾ ਵਰਣਨ ਕਰੋ, ਤਾਂ ਪੂਰੀ ਦੁਨੀਆ ਦਾ ਵਰਣਨ ਇਸ ਤਰ੍ਹਾਂ 4 ਲਾਈਨਾਂ ਦੇ ਵਿੱਚ ਉਸ ਨੇ ਬੰਦੇ ਨੇ, ਕਵੀ ਨੇ ਕੀਤਾ ਸੀ। ਅੰਗਰੇਜ਼ੀ ਦੇ ਵਿੱਚ ਸੀ, ਉਹ ਮੈਨੂੰ ਪੰਜਾਬੀ ਕਰਕੇ ਦੱਸ ਦੇਣਾ, ਪੰਜਾਬੀ ਯਾਦ ਆ, ਅੰਗਰੇਜ਼ੀ ਨਹੀਂ ਮੈਨੂੰ ਉਨੀ ਆਉਂਦੀ। ਤੇ ਉਹ ਸੀਗਾ ਮਤਲਬ ਇਹ ਕਿ ਇੱਕ ਧਰਤੀ ਆ, ਧਰਤੀ ਦੇ ਉੱਪਰ ਕੜਾਈਆ ਮੁੱਦਾ ਮਾਰਿਆ ਹੋਇਆ, ਇਹਦੇ ਵਿੱਚ ਹੀ ਫੁਦਕ ਕੇ ਜੀਵ ਆ ਜਿਹੜੇ ਸਾਰੇ ਖਤਮ ਹੋ ਜਾਂਦੇ ਆ। ਇਹ ਕੜਾਈਏ ਤੋਂ ਬਾਹਰ ਨਹੀਂ ਜਾ ਸਕਦੇ। ਇਹ ਕੜਾਈਆ ਕੀ ਆ, ਉੱਪਰ ਆਕਾਸ਼, ਧਰਤੀ ਦੇ ਉੱਪਰ ਆਕਾਸ਼ ਕੜਾਈਆ ਮੁੱਦਾ ਮਾਰਿਆ, ਜਿੱਥੋਂ ਮਰਜ਼ੀ ਖੜ ਕੇ ਦੇਖੋ ਉੱਥੋਂ ਉੱਪਰ ਲੱਗੂਗਾ, ਪਾਸਿਆਂ ਤੋਂ ਜੁੜਿਆ ਲੱਗੇਗਾ। ਤੇ ਇਹਦੇ ਵਿੱਚ ਹੀ ਜੀਵ ਪੈਦਾ ਹੁੰਦੇ ਆ, ਵਿੱਚ ਹੀ ਖਤਮ ਹੋ ਜਾਂਦੇ ਆ। ਇਹ ਵੀ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ। ਇਹੋ ਜਿਹੇ ਕੜਾਈਏ ਹੋਰ ਪਤਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਿੰਨੇ ਆ, ਪਤਾ ਨਹੀਂ ਹੋਰ ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼ ਆ। ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਜੀ।
ਭੈ ਵਿੱਚ ਜੋਧ ਮਹਾਬਲ ਸੂਰ। ਉਹਦੇ ਭੈ ਦੇ ਵਿੱਚ ਹੀ, ਹੁਕਮ ਦੇ ਵਿੱਚ ਹੀ ਜੋਧੇ ਮਹਾਬਲੀ ਸੂਰਮੇ ਰਹਿੰਦੇ ਆ। ਉਹ ਵੀ ਉਹਦੇ ਹੁਕਮ 'ਚ ਹੀ ਮਹਾਬਲੀ ਬਣਦੇ ਆ, ਸੂਰਮੇ ਵੀ ਉਹਦੇ ਹੁਕਮ 'ਚ ਹੀ ਬਣਦੇ ਹਨ। ਭੈ ਵਿੱਚ ਆਵਹਿ ਜਾਵਹਿ ਪੂਰ। ਪੂਰਾਂ ਦੇ ਪੂਰ ਸੰਸਾਰ ਦੇ ਵਿੱਚ ਆਉਂਦੇ ਆ, ਜਨਮ ਲੈਂਦੇ ਆ ਅਤੇ ਪੂਰਾਂ ਦੇ ਪੂਰ ਜਾਈ ਜਾਂਦੇ ਆ। ਇਹ ਸਿਸਟਮ ਚੱਲਿਆ ਆਉਂਦਾ। ਭਰੀਆਂ ਟਿੰਡਾਂ ਜਿਹੜੀਆਂ ਭਰ ਭਰ ਕੇ ਆਈ ਜਾਂਦੀਆਂ, ਖਾਲੀ ਹੋ ਕੇ ਜਾਈ ਜਾਂਦੀਆਂ। ਪੁਰਾਣੇ ਪੱਤੇ ਜਿਹੜੇ ਝੜੀ ਜਾਂਦੇ ਆ, ਨਵੇਂ ਪੱਤੇ ਦਰਖਤਾਂ 'ਤੇ ਆਈ ਜਾਂਦੇ ਆ। ਪੁਰਾਣੇ ਬਜ਼ੁਰਗ ਲੋਕ ਆ ਜਿਹੜੇ ਉਹ ਚਲੀ ਜਾਂਦੇ ਆ, ਪੂਰਾਂ ਦੇ ਪੂਰ ਤੁਰੇ ਜਾਂਦੇ ਆ ਅਤੇ ਬੱਚਿਆਂ ਦੇ ਰੂਪ ਦੇ ਵਿੱਚ ਆ ਰਹੇ ਆ। ਇਹ ਵੀ ਸਾਰਾ ਸਿਸਟਮ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਜੀ। ਸਗਲਿਆਂ ਭਉ ਲਿਖਿਆ ਸਿਰ ਲੇਖ। ਇਹ ਸਾਰੀ ਜਿੰਨੀ ਕਾਇਨਾਤ ਆ, ਜਿੰਨੀ ਪ੍ਰਕਿਰਤੀ ਆ, ਸਾਰਿਆਂ ਦੇ ਸਿਰ ਦੇ ਉੱਪਰ ਲੇਖ ਲਿਖਿਆ ਹੋਇਆ ਹੈ। ਪਰ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਪਰ ਇਹ ਸਾਰਾ ਕੁਝ ਜੋ ਦਿਖਦਾ ਉਹ ਹੇਠਾਂ ਪ੍ਰਕਿਰਤੀ ਹੈ, ਕੁਦਰਤ ਦੇ ਰੂਪ ਦੇ ਵਿੱਚ ਹੈ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਨਿਰਭਉ। ਇਹਨਾਂ ਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਦਾ ਡਰ ਆ। ਜਿਵੇਂ ਅੱਗੇ ਸਾਡੇ ਇੱਕ ਮਾਸਟਰ ਜੀ ਸੀ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਬੱਚੇ ਨੂੰ ਡਰ ਨਾ ਹੋਵੇ ਨਾ ਤਾਂ ਬੱਚਾ ਪੜ੍ਹ ਹੀ ਨਹੀਂ ਸਕਦਾ। ਜੇ ਚੰਦ ਤੇ ਸੂਰਜ ਨੂੰ ਭੈ ਨਾ ਹੋਵੇ ਤਾਂ ਟਾਈਮ ਨਾਲ ਉਹ ਵੀ ਨਹੀਂ ਚੜ੍ਹਨਗੇ, ਉਹਨਾਂ ਨੂੰ ਵੀ ਕਿਸੇ ਦਾ ਭੈ ਆ। ਸਾਰੇ ਕਿਸੇ ਨਾ ਕਿਸੇ ਭੈ ਦੇ ਵਿੱਚ ਆ। ਪਰ ਇੱਕ ਪਰਮਾਤਮਾ ਅਕਾਲ ਪੁਰਖ ਜੋ ਨਿਰਭਉ ਆ, ਨਾਨਕ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ। ਕੌਣ ਆ ਉਹ? ਨਿਰੰਕਾਰ। ਆਹ ਗੱਲ ਨੂੰ ਸਮਝਣਾ ਕਿ ਉਹਦਾ ਆਕਾਰ ਕੋਈ ਨਹੀਂ ਹੈ। ਉਹਨੂੰ ਚਾਪਲੂਸੀਆਂ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ। ਉਹ ਨਿਯਮਾਂ ਦੇ ਰੂਪ ਦੇ ਵਿੱਚ ਵਰਤ ਰਿਹਾ। ਉਹਨਾਂ ਨਿਯਮਾਂ ਦੇ ਮੁਤਾਬਕ ਚੱਲ ਕੇ ਤਾਂ ਉਹਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਉਹਦਾ ਆਕਾਰ ਕੋਈ ਨਹੀਂ, ਆਕਾਰ ਤੋਂ ਰਹਿਤ ਹੈ, ਇੱਕ ਪਾਵਰ ਹੈ, ਇੱਕ ਸ਼ਕਤੀ ਹੈ, ਨਿਰੰਗ ਆਕਾਰ ਆ ਅਤੇ ਸੱਚ ਰੂਪ ਆ। ਏਕ, ਉਹ ਇੱਕੋ ਹੀ ਆ। ਇੱਕ ਦੇ ਨਾਲ ਹੀ ਜੁੜਨਾ ਭਾਈ। ਹੁਣ ਸਾਨੂੰ ਸਮਝ ਲਓ ਸਾਰੇ ਪਾਸਿਆਂ ਤੋਂ ਤੋੜ ਕੇ ਸੂਰਜ ਚੰਦਰਮਾ ਦੀ ਪੂਜਾ ਤੋਂ ਹਟਾ ਕੇ ਉਹ ਮਾਲਕ ਦੀ ਪੂਜਾ 'ਤੇ ਲਾ ਦਿੱਤਾ, ਇੱਕ ਦੀ ਪੂਜਾ 'ਤੇ ਲਾ ਦਿੱਤਾ। ਸਿੱਖ ਨੇ ਕੀ ਕਰਨਾ? ਸਿੱਖ ਦਾ ਸਫ਼ਰ ਆ ਜਿਹੜਾ ਉਹ ਆਪਣੇ ਅੰਦਰ ਤੋਂ ਸ਼ੁਰੂ ਹੋ ਕੇ ਇੱਕ ਓੰਕਾਰ ਨਾਲ ਜਾਂਦਾ, ਸਿੱਧਾ ਸਫ਼ਰ ਆ। ਅਤੇ ਜਿਹੜਾ ਦੂਜੇ ਸਫ਼ਰ ਆ ਉਹ ਇੱਕ ਤੋਂ ਬਾਅਦ 3 ਸ਼ਕਤੀਆਂ ਮੰਨੀਆਂ ਜਾਂਦੀਆਂ, 3 ਤੋਂ ਬਾਅਦ 33 ਕਰੋੜ, ਫਿਰ ਉਦੋਂ ਅੱਗੇ ਪਤਾ ਨਹੀਂ ਕਿੰਨਾ। ਇਹ ਇੱਧਰਲਾ ਸਫ਼ਰ ਆ। ਇਹ ਜਿਹੜਾ ਸਿੱਖੀ ਦਾ ਸਫ਼ਰ ਆ ਸਿੱਧਾ ਨਿਰੰਗ ਆਕਾਰ ਨਾਲ ਮਿਲਾਉਣ ਵਾਲਾ ਸਫ਼ਰ ਹੈ। ਉਹ ਇੱਕੋ ਹੀ ਪਰਮਾਤਮਾ, ਉਹ ਸੱਚ ਰੂਪ ਆ, ਸੱਚਾ ਹੀ ਉਹਦਾ ਨਾਮ ਆ। ਉਹਦਾ ਕੋਈ ਆਕਾਰ ਨਹੀਂ, ਕਣ ਕਣ ਦੇ ਵਿੱਚ ਵਸਿਆ ਹੋਇਆ, ਸਭ ਥਾਈਂ ਮਨੁੱਖ ਨੂੰ ਦੇਖ ਰਿਹਾ। ਜੇ ਸਾਰਾ ਕੁਝ ਇੰਨੀ ਪ੍ਰਕਿਰਤੀ ਪਰਮਾਤਮਾ ਅਕਾਲ ਪੁਰਖ ਦੇ ਭੈ ਵਿੱਚ ਚੱਲ ਰਹੀ ਆ, ਫਿਰ ਐ ਮੇਰੇ ਮਨਾ, ਐ ਮਨੁੱਖ, ਤੈਨੂੰ ਕਾਹਤੋਂ ਭੈ ਨਹੀਂ ਹੈ? ਤੂੰ ਕਿਉਂ ਨਹੀਂ ਭੈ ਖਾਂਦਾ ਉਸ ਪ੍ਰਮਾਤਮਾ ਵਾਹਿਗੁਰੂ ਦਾ, ਅਕਾਲ ਪੁਰਖ ਦਾ? ਉਹ ਸਿੱਖਾ, ਤੂੰ ਗੁਰੂ ਗ੍ਰੰਥ ਸਾਹਿਬ ਦਾ ਭੈ ਕਿਉਂ ਨਹੀਂ ਖਾਂਦਾ? ਜੇ ਗੁਰੂ ਗ੍ਰੰਥ ਸਾਹਿਬ ਦਾ ਭੈ ਖਾਵੇਂਗਾ ਫਿਰ ਪਰਮਾਤਮਾ ਦਾ ਭੈ ਤੇਰੇ ਮਨ ਦੇ ਵਿੱਚ ਬੈਠ ਜਾਵੇਗਾ। ਇਸ ਕਰਕੇ ਗੁਰੂ ਦੇ ਨਾਲ ਜੁੜ, ਤੇ ਗੁਰੂ ਦੇ ਨਾਲ ਜੁੜ ਕੇ ਇੱਕ ਓੰਕਾਰ ਪਰਮਾਤਮਾ ਤੱਕ ਪਹੁੰਚ ਜਾਵੇਗਾ ਮੇਰੇ ਮਨਾ। ਤੇ ਜਿਹਨੂੰ ਕੋਈ ਕਿਸੇ ਦਾ ਡਰ ਭਉ ਨਹੀਂ ਹੈ। ਮਹੱਲਾ ਪਹਿਲਾ। ਦੂਜਾ ਸ਼ਲੋਕ ਵੀ ਗੁਰੂ ਨਾਨਕ ਬਾਬਾ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਹੈ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ RAM ਰਵਾਲ। ਗੁਰਬਾਣੀ ਦੀ ਖਾਸੀਅਤ ਗੁਰਮੁਖ ਪਿਆਰਿਓ ਇਹ ਹੈ, ਇਹ ਲੜੀ ਨਾ ਲੜੀ ਜੁੜਦੀ ਜਾਂਦੀ ਹੈ, ਸੁਰਤਾਂ ਹੀ ਉੱਚੀ ਹੁੰਦੀ ਜਾਂਦੀ ਹੈ। ਜਿਵੇਂ ਪਹਿਲੇ ਸ਼ਲੋਕ ਦੀ ਅਖੀਰਲੀ ਪੰਕਤੀ ਸੀ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਨਿਰਭਉ ਤੇ ਨਿਰੰਕਾਰ ਸੱਚ ਦਾ ਰੂਪ ਉਹ ਇੱਕੋ ਹੀ ਹੈ। ਤੇ ਇੱਥੋਂ ਸ਼ੁਰੂ ਦੂਜਾ ਸ਼ਲੋਕ ਇੱਥੋਂ ਹੀ ਹੁੰਦਾ, ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ RAM ਰਵਾਲ। ਉਹ ਇੱਕ ਦੇ ਨਾਲ ਜੋੜ ਰਹੇ ਆ ਸਾਨੂੰ, ਇੱਕ ਓੰਕਾਰ ਨਾਲ, ਜੋ ਸਾਡੇ ਸਭ ਦੇ ਅੰਦਰ ਆ। ਸਾਰੇ ਕੋਈ ਬੀਬੀ ਭੈਣ, ਹਿੰਦੂ ਮੁਸਲਮਾਨ, ਬੋਧੀ, ਜੈਨੀ, ਕਾਲਾ ਗੋਰਾ, ਕੋਈ ਵੀ ਹੈ, ਸਭ ਦੇ ਅੰਦਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਹਦੀ ਜੋਤ ਬਿਰਾਜਮਾਨ ਹੈ। ਉਹਦੀ ਜੋਤ ਦਾ ਕਰਕੇ ਹੀ ਅਸੀਂ ਤੁਰੇ ਫਿਰਦੇ ਹਾਂ। ਨਹੀਂ ਤਾਂ ਚੱਕ ਲੋ ਹੋ ਜੂ, ਜਿੱਦੇ
ਉਹਦੀ ਜੋਤ ਨਿਕਲ ਗਈ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਹੋਰ ਭਾਈ ਸਾਡੇ ਭਾਰਤ ਦੇ ਵਿੱਚ ਅੱਗੇ ਮੰਨਿਆ ਜਾਂਦਾ ਸੀਗਾ ਸ੍ਰੀ ਰਾਮ ਚੰਦਰ ਜੀ ਨੂੰ, ਇਹ ਰੱਬ ਮੰਨਿਆ ਜਾਂਦਾ ਸੀ। ਇੱਕ ਰਾਜਾ ਸੀ ਅਯੁੱਧਿਆ ਦਾ ਸ੍ਰੀ ਰਾਮ ਚੰਦਰ ਜੀ, ਉਹ ਰੱਬ ਨਹੀਂ ਸੀ, ਇੱਕ ਅਵਤਾਰੀ ਪੁਰਸ਼ ਸੀ। ਇਹ ਗੱਲ ਨੂੰ ਧਿਆਨ ਦੇ ਨਾਲ ਸਮਝਣਾ। ਇੱਕ ਓਂਕਾਰ ਆ ਜਿਹੜਾ, ਉਹ ਇੱਕ ਪਾਵਰ ਆ, ਇੱਕ ਸ਼ਕਤੀ ਹੈ, ਉਹਦੇ ਅਧੀਨ ਹੀ ਜਿੰਨੇ ਵੀ ਅਵਤਾਰੀ ਪੁਰਸ਼ ਆਉਂਦੇ ਆ ਉਹ ਇੱਕ ਓਂਕਾਰ ਦੇ ਅਧੀਨ ਹੀ ਆਉਂਦੇ ਹਨ। ਉਹ ਪ੍ਰਮਾਤਮਾ ਨਹੀਂ ਹੋ ਸਕਦਾ, ਕੋਈ ਵੀ ਬੰਦਾ ਰੱਬ ਨਹੀਂ ਹੋ ਸਕਦਾ। ਇਹ ਸਮਝਾਇਆ ਜਾ ਰਿਹਾ ਰੱਬ ਨਿਰੰਕਾਰ ਆ, ਆਕਾਰ ਤੋਂ ਰਹਿਤ ਹੈ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਹੋਰ ਕਿੰਨੇ ਹੀ ਰਾਮ ਰਵਾਲ ਤੋਂ ਭਾਵ ਹੈ ਉਹ ਪ੍ਰਮਾਤਮਾ ਦੀ ਚਰਨ ਧੂੜ ਆ ਭਾਈ। ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ। ਰਾਮ ਲੀਲਾ ਤੇ ਰਾਸ ਲੀਲਾ, ਰਾਮਚੰਦਰ ਦੀਆਂ ਸਾਖੀਆਂ ਰਾਮ ਲੀਲਾ, ਸ਼੍ਰੀ ਚੰਦਰ ਵਾਹਿਗੁਰੂ ਰਾਮਚੰਦਰ ਦੀਆਂ ਰਾਮ ਲੀਲਾ, ਸ਼੍ਰੀ ਕ੍ਰਿਸ਼ਨ ਦੀਆਂ ਰਾਸ ਲੀਲਾ। ਕੀਤੀਆਂ ਕੰਨ ਕਹਾਣੀਆਂ, ਕੰਨ ਤੋਂ ਭਾਵ ਇੱਥੇ ਸ਼੍ਰੀ ਕ੍ਰਿਸ਼ਨ ਜੀ ਹੈ। ਕੰਨ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਸਾਖੀਆਂ ਬਹੁਤ ਆ। ਕੀਤੇ ਵੇਦ ਵਿਚਾਰ, ਕਿੰਨੇ ਹੀ ਵੇਦਾਂ ਦੀ ਵਿਚਾਰ ਆ, ਕਿੰਨੇ ਹੀ ਰਾਮ ਦੀਆਂ ਕਹਾਣੀਆਂ, ਕਿੰਨੇ ਹੀ ਕ੍ਰਿਸ਼ਨ ਦੀਆਂ ਕਹਾਣੀਆਂ। ਪਰ ਇਹ ਹੇਠਾਂ ਇਹਨਾਂ ਦੇ ਸਭ ਦੇ ਉੱਪਰ ਇੱਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ। ਕੀਤੈ ਨਚੈ ਮੰਗਤੇ ਗੜ ਮੁੜ ਪੂਰਹਿ ਤਾਲ। ਕੀਤੇ ਨਚੈ ਮੰਗਤੇ, ਦੇਖੋ ਜੀ ਰਾਮਚੰਦਰ ਦਾ ਸਵਾਂਗ ਰਚਾਉਣ ਵਾਲੇ ਨੱਚਦੇ ਆ ਸਟੇਜਾਂ ਤੇ ਮੰਗਤੇ, ਪਰ ਉਹ ਕਾਹਦੇ ਵਾਸਤੇ ਨੱਚਦੇ ਆ? ਕਿਉਂਕਿ ਉਹਨਾਂ ਨੂੰ ਮਾਇਆ ਮਿਲਦੀ ਹੈ। ਗੜ ਮੁੜ ਪੂਰਹਿ ਤਾਲ, ਉਹ ਮੁੜਦੇ ਆ, ਗਿੜਦੇ ਆ, ਇਸ ਤਰ੍ਹਾਂ ਕਰਦੇ ਆ, ਘੁੜ ਮਿਲਦੇ ਆ। ਪੂਰਹਿ ਤਾਲ, ਤਾਲ ਨਾਲ ਤਾਲ ਮਿਲਾਉਂਦੇ ਆ ਸਟੇਜਾਂ ਤੇ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢਹਿ ਬਾਜ਼ਾਰ। ਇਹ ਬਾਜ਼ਾਰੀ ਲੋਕ ਆ ਜਿਹੜੇ ਰਾਸ ਲੀਲਾ ਪਾ ਪਾ ਕੇ ਦਿਖਾਉਂਦੇ ਆ। ਆਏ ਕੱਢਹਿ ਬਾਜ਼ਾਰ, ਬਾਜ਼ਾਰ ਦੇ ਵਿੱਚ ਆ ਕੇ ਆਪਣੀਆਂ ਸਾਖੀਆਂ ਨੂੰ ਜਿਹੜਾ ਹੈ ਲੋਕਾਂ ਨੂੰ ਦਿਖਾਉਂਦੇ ਆ। ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ। ਗਾਵਹਿ, ਉਹ ਕਿੰਨਾਂ ਦੀਆਂ ਜਿਹੜੀਆਂ ਗਾਉਂਦੇ ਆ, ਸਿਫਤ ਕਰਦੇ ਆ ਰਾਜੇ ਰਾਣੀਆਂ ਦੀ, ਸ਼੍ਰੀ ਰਾਮਚੰਦਰ ਦੀ, ਮਾਤਾ ਸੀਤਾ ਦੀ, ਸ਼੍ਰੀ ਕ੍ਰਿਸ਼ਨ ਜੀ ਦੀ। ਇਹਨਾਂ ਦੀਆਂ ਰਾਮ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਆ, ਸਾਨੂੰ ਉਹ ਕਰ ਕਰਕੇ ਦਿਖਾਉਂਦੇ ਆ, ਸਵਾਂਗ ਰਚਦੇ ਆ। ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ, ਤੇ ਫਿਰ ਉਹ ਥੋੜ੍ਹਾ ਜਿਹਾ ਆਲ ਪਤਾਲ ਇਸ ਤਰ੍ਹਾਂ ਆਵਾਜ਼ਾਂ ਕੱਢਦੇ ਆ ਵੀ ਜਿਸ ਤਰ੍ਹਾਂ ਮਨੁੱਖ ਦੀ ਆਵਾਜ਼ ਨਾ ਹੋਵੇ, ਕੋਈ ਹੋਰ ਇਲਾਹੀ ਆਵਾਜ਼ ਹੋਵੇ, ਦੂਰੋਂ ਪਤਾਲ ਦੇ ਵਿੱਚੋਂ ਥੱਲਿਓਂ ਆਵਾਜ਼ ਆ ਰਹੀ ਆ, ਤਾਹਾਂ ਤੋਂ। ਇਸ ਤਰ੍ਹਾਂ ਇਹ ਨਾਟਕ ਚਾਟਕ ਸਾਰੇ ਹੋ ਰਹੇ ਆ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ। ਤੇ ਜਿਹੜੇ ਭਾਈ ਇਹ ਕਰਦੇ ਆ, ਜਿਹੜੇ ਸਵਾਂਗ ਰਚ ਕੇ ਦਿਖਾਉਂਦੇ ਆ, ਸਾਨੂੰ ਸ੍ਰੀ ਚੰਦਰ ਬਣਦੇ ਆ, ਜਾਂ ਮਾਤਾ ਸੀਤਾ ਬਣਦੇ ਆ, ਜਾਂ ਸ੍ਰੀ ਕ੍ਰਿਸ਼ਨ ਬਣਦੇ ਆ, ਜਾਂ ਹੋਰ ਅਵਤਾਰੀ ਪੁਰਸ਼ ਬਣਦੇ ਆ, ਤੇ ਉਹ ਤਿਆਰ ਵੀ ਬੜੇ ਸੋਹਣੇ ਹੁੰਦੇ ਆ। ਮਹਾਰਾਜ ਕਹਿੰਦੇ ਲੱਖ ਟਕਿਆਂ ਕੇ ਮੁੰਦੜੇ, ਉਹਨਾਂ ਨੂੰ ਬੜੇ ਸ਼ੌਂਕ ਦੇ ਨਾਲ ਤਿਆਰ ਕੀਤਾ ਜਾਂਦਾ। ਲੱਖਾਂ ਟਕਿਆਂ ਦੇ ਮੁੰਦੜੇ, ਮੁੰਦੀਆਂ ਤੋਂ ਵੱਡੇ ਮੁੰਦੜੇ ਉਹਨਾਂ ਦੇ ਲੱਖਾਂ ਟਕਿਆਂ ਦੇ ਬੜੇ ਮਹਿੰਗੇ ਬਾਲੇ ਪਾ ਲੈਂਦੇ ਆ। ਲੱਖ ਟਕਿਆਂ ਕੇ ਹਾਰ, ਤੇ ਫਿਰ ਗਲ ਦੇ ਵਿੱਚ ਲੱਖਾਂ ਟਕਿਆਂ ਦੇ ਮਹਿੰਗੇ ਕਈ ਹਾਰ ਪਾ ਲੈਂਦੇ ਆ। ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਸ਼ਾਰ। ਪਰ ਮਹਾਰਾਜ ਸਮਝਾ ਰਹੇ ਹਨ ਗੁਰੂ ਨਾਨਕ ਬਾਬਾ ਜੀ, ਜਿਸ ਤਨ ਪਾਈਐ ਨਾਨਕਾ, ਜਿਹੜੇ ਤਨ ਤੇ ਇਹ ਹੀਰੇ ਮੋਤੀਆਂ ਦੇ ਲਾਲ ਪਾਏ ਜਾਂਦੇ ਆ, ਹਾਰ ਪਾਏ ਜਾਂਦੇ ਆ, ਬਾਲੇ ਪਾਏ ਜਾਂਦੇ ਆ, ਸੇ ਤਨ ਹੋਵਹਿ ਸ਼ਾਰ। ਇਹ ਤਨ ਤਾਂ ਸੁਆਹ ਹੋ ਜਾਣਾ, ਇਹ ਤਨ ਤਾਂ ਸੁਆਹ ਦੇ ਰੂਪ ਦੇ ਵਿੱਚ ਹੈ ਭਾਈ। ਇਹ ਤਾਂ ਚਲਾਏਮਾਨ ਹੈ, ਸਦਾ ਵਾਸਤੇ ਨਹੀਂ ਹੈ, ਇਹ ਖਤਮ ਹੋ ਜਾਣ ਵਾਲਾ ਹੈ। ਮੁੰਦਰੇ ਵੀ ਖਤਮ ਹੋ ਜਾਣੇ ਜਦੋਂ ਸਰੀਰ ਹੀ ਨਾ ਰਿਹਾ, ਜਦੋਂ ਤਨ ਹੀ ਨਾ ਰਿਹਾ। ਇਹ ਸਾਰਾ ਕੁਝ ਸਣੇ ਤਨ, ਸਣੇ ਮੁੰਦੜੇ, ਸਣੇ ਹਾਰ, ਸਾਰਾ ਕੁਝ ਖਤਮ ਹੋ ਜਾਣ ਵਾਲਾ ਹੈ। ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ। ਪਰ ਜੇ ਉਹ ਅਕਾਲ ਪੁਰਖ ਪ੍ਰਮਾਤਮਾ ਜੋ ਸਦਾ ਵਾਸਤੇ ਹੈ, ਉਹਦੇ ਤੱਕ ਪਹੁੰਚਣਾ ਹੈ ਤਾਂ ਉਹਦੇ ਗਿਆਨ ਦੀ ਜ਼ਰੂਰਤ ਹੈ।
ਜਾਂ ਆਪਾਂ ਐਂ ਸਮਝ ਲਈਏ ਵੀ ਜਿਵੇਂ ਉਹ ਨਕਲੀ ਰਾਜੇ ਰਾਣੀਆਂ ਬਣ ਜਾਂਦੇ ਆ ਪਰ ਅਸਲੀ ਨਹੀਂ ਹੁੰਦੇ, ਇਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਅਸਲੀ ਧਰਮੀ ਤੁਹਾਨੂੰ ਬਹੁਤ ਘੱਟ ਮਿਲਣ। ਜੇ ਨੱਚ ਟੱਪ ਕੇ ਕਹਿ ਲਈਏ ਮੁੰਡਾ BA ਕਰ ਜੂ, MA ਕਰ ਜੂ, PhD ਕਰ ਜੂ, ਨਹੀਂ ਕਰ ਸਕਦਾ। ਉਹਦੇ ਵਾਸਤੇ ਉਹਨੂੰ ਪੜ੍ਹਨਾ ਪਊਗਾ, ਧਿਆਨ ਕਰਨਾ ਪਊਗਾ, ਸੋਚਣਾ ਪਊਗਾ, ਸਮਝਣਾ ਪਊਗਾ ਪੜ੍ਹਾਈ ਨੂੰ। ਇਸੇ ਤਰ੍ਹਾਂ ਭਾਈ ਜੇ ਪ੍ਰਮਾਤਮਾ ਦੇ ਨਾਲ ਮਿਲਣਾ, ਬਾਕੀ ਜਿਹੜੇ ਸਾਰੇ ਕੰਮ ਆ ਉਹ ਕਰਮ ਕਾਂਡਾਂ 'ਚ ਆ ਜਾਂਦੇ ਆ, ਤੇ ਜੇ ਪ੍ਰਮਾਤਮਾ ਅਕਾਲ ਪੁਰਖ ਨੂੰ ਮਿਲਣਾ ਤਾਂ ਉਹਦੇ ਵਾਸਤੇ ਮਿਹਨਤ ਕਰਨੀ ਪਊ, ਟਾਈਮ ਕੱਢਣਾ ਪਊ, ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਪਊਗਾ। ਤੇ ਗੱਲਾਂ ਨਾਲ ਗਿਆਨ ਨਹੀਂ ਆਉਂਦਾ। ਅੱਜ ਕੱਲ੍ਹ ਗੱਲਾਂ ਬਾਹਲੀਆਂ ਹੋ ਰਹੀਆਂ ਤੇ ਗਿਆਨ ਦੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿਤੇ ਹੋ ਰਹੀ ਹੋਵੇ, ਜਾਂ ਗੁਰਬਾਣੀ ਦੀ ਵਿਚਾਰ ਕਿਤੇ ਬਹੁਤ ਘੱਟ ਹੋ ਰਹੀ ਹੋਊਗੀ। ਜੇ ਹੋ ਵੀ ਰਹੀ ਹੋਊਗੀ ਤਾਂ ਆਪਣੇ ਹਿਸਾਬ ਕਿਤਾਬ ਨਾਲ ਆਪਣੇ ਬੰਦਿਆਂ ਤੋਂ ਹੀ ਕਰਾਈ ਜਾ ਰਹੀ ਹੋਊਗੀ, ਗੁਰਬਾਣੀ ਨੂੰ ਬਦਲਿਆ ਜਾ ਰਿਹਾ ਹੋਊਗਾ। ਗੁਰਬਾਣੀ ਤਾਂ ਕਪਾਟ ਖੋਲ ਦਿੰਦੀ ਹੈ ਭਾਈ। ਗੁਰਬਾਣੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੀ, ਸਮਝਾਉਂਦੀ ਹੈ ਕਿ ਭਾਈ ਤੂੰ ਇੱਕ ਓੰਕਾਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ, ਤੇ ਇਹ ਗੱਲਾਂ ਦੇ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ। ਜੇ ਹੁਣ ਬੱਚਾ ਕਹੇ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ ਬੱਚਿਆਂ ਦੀ ਪੜ੍ਹਨ ਦੀ, ਤੜਕਾ ਹੋ ਜਾਂਦਾ, ਤਾਂ ਜਾ ਕੇ ਕਿਤੇ ਗਿਆਨ ਪ੍ਰਾਪਤ ਹੁੰਦਾ। ਤੇ ਗੱਲਾਂ ਦੇ ਨਾਲ ਕਰਨ ਵਾਲਾ ਕੰਮ ਨਹੀਂ। ਮਹਾਰਾਜ ਸਮਝਾ ਰਹੇ ਹਨ ਗਿਆਨ ਨਾ ਗੱਲੀ ਢੂੰਡੀ ਹੈ। ਇਹ ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਇਕੱਠੇ ਹੋਣਾ ਪਊ, ਬਹਿਣਾ ਪਊ। ਬਹਿ ਕੇ ਭਾਵੇਂ ਥੋੜੀ ਸੰਗਤ ਹੋਵੇ ਭਾਵੇਂ ਜ਼ਿਆਦਾ ਹੋਵੇ, ਇੱਕ ਜਾਣੇ ਨੂੰ ਇਹ ਸਾਰਾ ਕੁਝ ਸਾਨੂੰ ਸੁਣਾਉਣਾ ਪਊ, ਉਹਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪਊ, ਦੂਜਿਆਂ ਨੂੰ ਧਿਆਨ ਨਾਲ ਸੁਣਨਾ ਪਊ। ਫਿਰ ਇਹ ਟਿਕਾਓ ਦਾ ਕੰਮ ਆ, ਇਹ ਸੁਣਨ ਦਾ ਕੰਮ ਆ, ਇਹ ਸਰਵਣ ਕਰਨ ਦੀ ਗੱਲਾਂ ਜਿਹੜੀਆਂ ਗਿਆਨ, ਇਹ ਗੱਲਾਂ ਦੇ ਨਾਲ ਨਹੀਂ, ਗੱਲੀ ਯੋਗ ਨਾ ਹੋਏ। ਗੱਲਾਂ ਦੇ ਨਾਲ ਯੋਗ ਨਹੀਂ ਹੁੰਦਾ, ਗੱਲਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਹਦੇ ਨਾਲ ਮਿਲਾਪ ਨਹੀਂ ਹੁੰਦਾ। ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ। ਕਥਨਾ ਜਿਹੜਾ ਗਿਆਨ ਨੂੰ ਪੜ੍ਹਨਾ ਸੁਣਨਾ ਤੇ ਕਥਨਾ ਕਰੜਾ ਸਾਰ ਹੁੰਦਾ ਲੋਹਾ। ਲੋਹਾ ਚੱਬਣ ਦੇ ਬਰਾਬਰ ਆ ਭਾਈ। ਇੰਨੀ ਮਿਹਨਤ ਕਰਨੀ ਪੈਂਦੀ। ਆਪਾਂ ਬੱਚਿਆਂ ਨੂੰ ਹੀ ਦੇਖ ਲਈਏ ਜਿਹੜੇ PhD ਕਰਦੇ ਆ, MA ਕਰਦੇ ਆ, ਜਾਂ ਹੋਰ ਪੜ੍ਹਾਈਆਂ MBBS ਕਰਦੇ ਆ, ਕਿੰਨਾ ਪੜ੍ਹਦੇ ਆ। ਤੇ ਜੇ ਪ੍ਰਮਾਤਮਾ ਦੀ ਪੜ੍ਹਾਈ ਕਰਨੀ ਹੋਵੇ ਤਾਂ ਹੋਰ ਸਾਨੂੰ ਇੰਨੀ ਮਿਹਨਤ ਉਹਨਾਂ ਬੱਚਿਆਂ ਜਿੰਨੀ ਤਾਂ ਘੱਟੋ ਘੱਟ ਕਰੀਏ, ਪਰ ਅਸੀਂ ਗੱਲਾਂ ਨਾਲ ਹੀ ਭਾਲਦੇ ਹਾਂ ਤੇ ਵੀ ਮੱਥਾ ਟੇਕਿਆ ਤੇ ਬਸ ਕੰਮ ਹੋ ਗਿਆ। ਨਹੀਂ ਭਾਈ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ, ਸ਼ਬਦ ਨਾ ਕਰਹਿ ਵਿਚਾਰ। ਸ਼ਬਦ ਦੀ ਵਿਚਾਰ ਸਾਡੇ ਆਮ ਅਸਥਾਨਾਂ ਤੋਂ ਜ਼ਿਆਦਾਤਰ ਖਤਮ ਹੁੰਦੀ ਜਾ ਰਹੀ ਹੈ। ਇਸ ਕਰਕੇ ਉੱਤੋਂ ਗੱਲਾਂ ਬਾਹਲੀਆਂ ਹੋ ਰਹੀਆਂ। ਮਹਾਰਾਜ ਸਮਝਾ ਰਿਹਾ ਗਿਆਨ ਨਾ ਗੱਲੀ ਢੂੰਡੀ ਹੈ। ਗੱਲਾਂ ਦੇ ਨਾਲ ਗਿਆਨ ਨਹੀਂ ਆਉਂਦਾ ਭਾਈ, ਚੁਸਤ ਚਲਾਕੀਆਂ ਨਾਲ ਗਿਆਨ ਨਹੀਂ ਪ੍ਰਾਪਤ ਹੁੰਦਾ। ਕਥਨਾ ਕਰੜਾ ਸਹਾਰੇ, ਬੜੀ ਕਹਿਣੀ ਵੀ ਬੜੀ ਔਖੀ ਗੱਲ ਆ ਭਾਈ। ਕਰਮ ਮਿਲੇ ਤਾਂ ਪਾਈ ਹੈ, ਹੋਰ ਹਿਕਮਤ ਹੁਕਮ ਖੁਆਰ। ਇਹ ਗਿਆਨ ਫਿਰ ਪ੍ਰਾਪਤ ਕਿਵੇਂ ਹੁੰਦਾ? ਪਹਿਲਾਂ ਤਾਂ ਮਿਹਨਤ ਕਰਨੀ ਹੈ। ਕਰਮ ਮਿਲੇ ਤਾਂ ਪਾਈ ਹੈ। ਹੁਣ ਕਰਮ ਦਾ ਅਰਥ ਹੈ ਬਖਸ਼ਿਸ਼। ਹੁਣ ਇੱਥੇ ਥੋੜਾ ਜਿਹਾ ਭੁਲੇਖਾ ਪੈ ਸਕਦਾ। ਜੇ ਬਖਸ਼ਿਸ਼ ਹੋ ਜਾਵੇ ਤਾਂ ਪਾਈ ਹੈ। ਹੋਰ ਹਿਕਮਤ ਹੁਕਮ ਖੁਆਰ, ਬਾਕੀ ਚਲਾਕੀਆਂ, ਹਿਕਮਤ ਹੁਕਮ ਹੁੰਦਾ ਚਲਾਕੀਆਂ ਕਰਨੀਆਂ, ਚੁਸਤ ਚਲਾਕੀਆਂ, ਇਹ ਖੁਆਰੀ ਦੀਆਂ ਖੁਆਰੀ ਵੱਲ ਨੂੰ ਲੈ ਕੇ ਜਾਂਦੀਆਂ। ਕਰਮ ਮਿਲੇ ਤਾਂ ਪਾਈਏ, ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜੇ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਤਾਂ ਗਿਆਨ ਪ੍ਰਾਪਤ ਹੁੰਦਾ। ਹੁਣ ਬਖਸ਼ਿਸ਼ ਕਿਵੇਂ ਹੁੰਦੀ ਹੈ ਇਹ ਵੀ ਸਮਝਣਾ, ਕਿਉਂਕਿ ਇਹ ਸਾਨੂੰ 5 ਖੰਡਾਂ ਦੇ ਵਿੱਚ ਪਹਿਲਾਂ ਸਮਝਾਇਆ। ਪਹਿਲਾਂ ਧਰਮ ਖੰਡ ਪੜ੍ਹ, ਧਿਆਨ ਨਾਲ ਧਰਮ ਖੰਡ ਵਿੱਚ ਪਹੁੰਚ, ਸਮਝ ਧਰਮ ਕੀ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ, ਉਹ ਸਮਝ ਧਰਮ ਖੰਡ ਨੂੰ। ਫਿਰ ਗਿਆਨ ਖੰਡ ਦੀ ਅਵਸਥਾ ਆਵੇਗੀ। ਦੂਜਾ ਖੰਡ ਆ ਗਿਆਨ ਖੰਡ। ਤੀਜਾ ਖੰਡ ਆ ਸ਼ਰਮ ਖੰਡ, ਜਿਹਦੇ ਵਿੱਚ ਮਿਹਨਤ ਹੁੰਦੀ ਹੈ। ਉਹ ਗਿਆਨ ਤੇ ਮਨੁੱਖ ਚੱਲਦਾ ਤੇ ਦੁਨੀਆ ਤੋਏ ਕਰਦੀ ਹੈ। ਦੁਨੀਆ ਵੱਲੋਂ ਨਾਸਤਕ ਵੀ ਕਹਾਉਂਦਾ, ਬੰਨਾ ਦੁਨੀਆ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਧੱਬੇ ਲੱਗਦੇ ਆ। ਜਦੋਂ ਨਾਨਕ ਦੇ ਰਾਹ ਤੇ ਮਨੁੱਖ ਚੱਲਦਾ, ਕੋਈ ਸੌਖਾ ਰਾਹ ਨਹੀਂ ਹੈ ਇਹ। ਤੇ ਜਿਹੜਾ ਦੂਜਾ ਰਾਹ ਬਣਾ ਲਿਆ ਅੱਜ ਕੱਲ੍ਹ ਆਮ ਲੋਕਾਂ ਨੇ, ਉਹ ਪੈਸੇ ਬਣਾਉਣ ਵਾਲਾ, ਉਹ ਬਹੁਤ ਸੌਖਾ। ਉਹਦੇ ਵਿੱਚ ਕੋਈ ਰਿਸਕ ਨਹੀਂ, ਕੁਛ ਨਹੀਂ ਹੈ। ਤਾਂ ਹੀ ਜ਼ਿਆਦਾਤਰ ਉੱਧਰ ਨੂੰ ਲੋਕ ਪੈ ਗਏ। ਪਰ ਇਹ ਗਿਆਨ ਆ ਜਿਹੜਾ, ਇਹ ਗਿਆਨ ਲੈਣ ਵਾਸਤੇ ਸਾਨੂੰ ਇਹ ਪ੍ਰੋਸੈਸ ਵਿੱਚ ਦੀ ਲੰਘਣਾ ਪਵੇਗਾ। ਪਹਿਲਾਂ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, ਫਿਰ ਆਏਗਾ ਕਰਮ ਖੰਡ। ਜਦੋਂ ਤੁਸੀਂ ਚੱਲੋਗੇ ਗਿਆਨ ਤੇ ਫੇਰ ਹੀ ਬਖਸ਼ਿਸ਼ ਪ੍ਰਾਪਤ ਹੋਊਗੀ ਨਾ। ਜਦੋਂ ਕਿਸੇ ਟੀਚਰ ਦੇ ਮੁਤਾਬਕ ਚੱਲ ਕੇ ਆਪਾਂ ਵਧੀਆ ਕੰਮ ਕਰਕੇ ਟੀਚਰ ਨੂੰ ਦਿਖਾਵਾਂਗੇ, ਫੇਰ ਹੀ ਟੀਚਰ ਦੀ ਬਖਸ਼ਿਸ਼ ਪ੍ਰਾਪਤ ਹੋਊ ਨਾ। ਇਹ ਨਹੀਂ ਨਾ ਹੋ ਸਕਦਾ ਵੀ ਟੀਚਰ ਦੀ ਬਖਸ਼ਿਸ਼ ਪਹਿਲਾਂ ਪ੍ਰਾਪਤ ਹੋ ਜਾਵੇ, ਪੜ੍ਹਨ ਮੈਂ ਮਗਰੋਂ ਲੱਗਾ। ਨਹੀਂ, ਇਹ ਗਲਤ ਆ। ਪਹਿਲਾਂ ਮੈਂ ਮਿਹਨਤ ਕਰੂੰਗਾ, ਮਿਹਨਤ ਮੇਰੀ ਤੇ ਰਹਿਮਤ ਤੇਰੀ, ਫਿਰ ਰਹਿਮਤ ਹੋਊ, ਫਿਰ ਬਖਸ਼ਿਸ਼ ਹੋਊਗੀ। ਕਰਮ ਮਿਲੇ
ਤਾਂ ਪਾਈ ਹੈ। ਜਿਹੜੇ ਚੱਲ ਪੈਂਦੇ ਹਨ परमात्मा ਦੇ ਰਸਤੇ ਤੇ ਉੱਥੇ ਨੇੜੇ ਪਹੁੰਚ ਜਾਂਦੇ ਹਨ। ਕਰਮਖੰਡ ਤੋਂ ਬਾਅਦ ਫਿਰ ਸੱਚਖੰਡ ਵਸੈ ਨਿਰੰਕਾਰ। ਉੱਥੇ परमात्मा ही परमात्मा। ਤੇ ਸਿੱਖ ਨੇ ਮੁਕਤੀ ਵੀ ਜਿਉਂਦਿਆਂ ਨਹੀਂ ਲੈਣੀ ਹੈ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ। ਬਾਕੀ ਜਿਹੜੇ ਧਰਮ ਆ ਹੋ ਸਕਦਾ ਮਰੇ ਤੋਂ ਬਾਅਦ ਮੁਕਤੀ ਦਿੰਦੇ ਹੋਣ, ਪਰ ਸਿੱਖ ਧਰਮ ਮਰੇ ਤੋਂ ਪਹਿਲਾਂ ਮੁਕਤੀ ਦੀ ਗੱਲ ਕਰਦਾ, ਕਿਉਂਕਿ ਜਦ ਖਤਮ ਹੋ ਗਿਆ ਚਾਂਸ ਹੀ ਖਤਮ ਆ। ਫਿਰ ਸਬਰਨਾ ਕੀ ਹੈ ਜਦੋਂ ਮੌਤ ਹੀ ਹੋ ਗਈ, ਨਾ ਕੁਝ ਸੁਣ ਸਕਦਾ, ਨਾ ਹਿੱਲ ਸਕਦਾ, ਨਾ ਕੁਝ ਬੋਲ ਸਕਦਾ। ਹੁਣ ਮੌਕਾ, ਹੁਣ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਕਰਮ ਮਿਲੇ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਜੇ ਉਹਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਤਾਂ ਸੱਚ ਵੱਲ ਨੂੰ ਮਨੁੱਖਾ ਜਿਹੜਾ ਚੱਲ ਪੈਂਦਾ। ਬਾਕੀ ਦੀਆਂ ਜਿਹੜੀਆਂ ਹਿਕਮਤ ਚੁਸਤ ਚਲਾਕੀਆਂ ਉਹ ਖੁਆਰ ਹੀ ਕਰਦੀਆਂ ਹਨ ਮਨੁੱਖ ਨੂੰ ਜੀ। ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਨਦਰ ਕਰਹਿ ਜੇ ਆਪਣੀ, ਜੇ ਪ੍ਰਮਾਤਮਾ ਵਾਹਿਗੁਰੂ ਜੀ ਨਦਰ ਕਰ ਦੇਵੇ, ਕਿਰਪਾ ਕਰ ਦੇਣ ਤਾਂ ਨਦਰੀ ਸਤਿਗੁਰ ਪਾਇਆ। ਤਾਂ ਨਦਰ ਦੇ ਕਰਕੇ, ਕਿਰਪਾ ਦੇ ਕਰਕੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਕੀ ਅਸੀਂ ਉਡੀਕੀਏ ਵੀ ਸਤਿਗੁਰੂ ਪ੍ਰਮਾਤਮਾ ਨਦਰ ਕਰਨਗੇ ਸਾਡੇ ਤੇ? ਨਹੀਂ, ਸਾਡੇ ਕੋਲ ਤਾਂ ਸਤਿਗੁਰੂ ਅਵੇਲੇਬਲ ਆ। ਹਰ ਰੋਜ਼ ਸਤਿਗੁਰੂ ਦੇ ਅਸੀਂ ਦਰਸ਼ਨ ਕਰਦੇ ਹਾਂ, ਪਰ ਪੜ੍ਹਦੇ ਨਹੀਂ, ਸੁਣਦੇ ਨਹੀਂ, ਧਿਆਨ ਨਹੀਂ ਕਰਦੇ। ਇਹ ਵਾਰ ਵੀ ਜਿਹੜੀ ਅੰਮ੍ਰਿਤ ਵੇਲੇ ਜਿਹੜਾ ਹੈ ਕੀਰਤਨ ਕਰਕੇ ਨਿਗਾਹ ਦਿੱਤੀ ਜਾਂਦੀ ਹੈ, ਤੇ ਇਹਦੇ ਅਰਥ ਵੀ ਨਹੀਂ ਕੀਤੇ ਜਾਂਦੇ ਜ਼ਿਆਦਾਤਰ। ਸਤਿਗੁਰੂ ਦੇ ਨਾਲ ਮਿਲਾਪ ਕਰਨਾ ਤਾਂ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਹਰੇਕ ਸਿੱਖ ਦਾ ਸਿਲੇਬਸ ਆ ਭਾਈ। ਤਾਂ ਸਿੱਖ ਕਹਾ ਸਕਦੇ ਹਾਂ ਅਸੀਂ। ਕੱਲੀ ਵਰਦੀ ਪਾ ਕੇ ਸਿੱਖ ਨਹੀਂ ਬਣਿਆ ਜਾ ਸਕਦਾ। MBBS ਕਰਕੇ ਡਾਕਟਰ ਬਣਦਾ ਇੱਕ, ਤਾਂ ਇੱਕ ਊਂ ਵਰਦੀ ਪਾ ਲੈਂਦਾ। ਇੰਨਾ ਫਰਕ ਆ। ਊਂ ਵਰਦੀ ਵਾਲੇ ਬਹੁਤੇ ਆ ਤੇ MBBS ਕੀਤੇ ਵਾਲੇ ਥੋੜ੍ਹੇ ਹੀ ਹੁੰਦੇ ਆ ਭਾਈ। ਇਸੇ ਤਰ੍ਹਾਂ ਸਾਡੇ ਸਿੱਖਾਂ ਦੇ ਵਿੱਚ ਆ, ਸਾਡਾ ਸਿਲੇਬਸ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਓਂਕਾਰ ਤੋਂ 18 10 20 ਤੱਕ ਪੜ੍ਹਨਾ, ਸੁਣਨਾ, ਸਮਝਣਾ, ਇਹ ਸਾਡਾ ਪਹਿਲਾ ਫਰਜ਼ ਹੈ। ਫਿਰ ਨਦਰ ਪ੍ਰਾਪਤ ਹੋਵੇਗੀ। ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਉਹਦੀ ਕਿਰਪਾ ਦੀ ਨਿਸ਼ਾਨੀ ਇਹ ਹੈ ਵੀ ਸਤਿਗੁਰੂ ਪਾ ਲਿਆ। ਸਤਿਗੁਰੂ ਪਾ ਲਿਆ ਤਾਂ ਫਿਰ ਕੀ ਆਊਗਾ? ਆਨੰਦ ਆਊਗਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਈ ਦੀ ਨਿਸ਼ਾਨੀ ਵੀ ਇਹ ਆ ਵੀ ਆਨੰਦਤ ਅਵਸਥਾ ਬਣ ਜਾਵੇਗੀ। ਚੋਰੀਆਂ ਚਕਾਰੀਆਂ ਮੁੱਕ ਜਾਣਗੀਆਂ, ਦੂਜੇ ਤੇ ਦੂਜੇ ਕਬਜ਼ੇ ਕਰਨੇ ਮੁੱਕ ਜਾਣਗੇ, ਕੁੱਟਾਂ ਮਾਰਾਂ ਜਿਹੜੀਆਂ ਗੁਰੂ ਘਰਾਂ ਦੇ ਵਿੱਚੋਂ ਖਤਮ ਹੋ ਜਾਣਗੀਆਂ, ਕਬਜ਼ੇ ਖਤਮ ਹੋ ਜਾਣਗੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜਿੱਦਾਂ ਇਹ ਗੱਲ ਦੀ ਸਮਝ ਪੈ ਗਈ ਕਿ ਮੇਰਾ ਹੱਕ ਨਹੀਂ, ਇਹ ਪਰਾਇਆ ਹੱਕ ਆ, ਜਿੱਥੇ ਮੈਂ ਦੜਾ ਮਾਰੀ ਬੈਠਾ, ਜਿੱਥੇ ਮੈਂ ਦੱਬੀ ਬੈਠਾ, ਫਿਰ ਇਹ ਗੱਲਾਂ ਦਾ ਸਾਰਿਆਂ ਦਾ ਪਤਾ ਲੱਗ ਜੂ ਤੇ ਮਨੁੱਖ परमात्मा वाले पासे नूं आपे ही चल पू। तो जिन्ना चਿਰ सतगुरु की विचार नहीं हुंदी, जिन्ना चਿਰ गुरु घरां दे विच पुकार पुकार के बार बार ये नहीं कहा जाता खुद गुरु ग्रंथ साहब नूं पढ़ो, गुरु ग्रंथ साहब की बाणी नूं विचारो, उन्ना चਿਰ गल नहीं बननी। भाई नदर करें जे अपनी तां नदरी सतगुर पाया, उहदी किरपा की निशानी हुण अपने आप ते देख सकते हैं भी किरपा हैगी जां नहीं है, सतगुरु नूं पा लिया कि नहीं पा लिया, गुरु की बाणी नाल जुड़ गया कि नहीं जुड़ गया। ये जियो बहुते जन्म परम्या तां सतगुर शब्द सुनाया। ये जियो जीड़ा ये बहुते जन्म भ्रमिया, जन्म जन्म की इस मन को मल लागी, काला होआ स्या खनली धोती उजली ना होवे जे 100 धोबण पा। पहला तो मैं इस जन्म तो पहला पता नहीं कित्थे कित्थे भरमदा आया, ते हुण ये जन्म लैके भी जिन्ना चਿਰ सतगुरु नहीं मिलता उन्ना चਿਰ भी भरमदा ही आ मनुख। ये जीवन तो लैके जिन्ना चਿਰ मैं सतगुरु दे नाल नहीं जुड़िया, ये भी मेरे जन्मी जन्म मरनी होई गया, भरमदा ही रहा। ये जियो बहुते जन्म भरमिया तां सतगुर शब्द सुनाया। जदों डिग के हार के जदों गुरु दे द्वारे ते आके डिग पिया, जदों कहा मन ने कि अब हम चली ठाकर पै हार, जब हम शरण प्रभु की आई राख प्रभु भावें मार, तां सतगुर शब्द सुनाया। हुण सतगुरु शब्द सुणाउंदे आ, सतगुरु दा जो शब्द सुणाउंदे आ ते असीं सुणदे नहीं, ਜਾਂ ਜਿਹੜੇ ਸਤਿਗੁਰੂ ਦਾ ਸ਼ਬਦ ਸੁਣਾਉਂਦੇ ਆ ਉਹਨਾਂ ਨੂੰ ਅਸੀਂ ਰਹਿਣ ਨਹੀਂ ਦਿੰਦੇ, ਅਸੀਂ ਉਹ ਸੁਣ ਕੇ ਰਾਜੀ ਨਹੀਂ, ਕਿਉਂਕਿ ਗੁਰਬਾਣੀ ਸਾਨੂੰ ਸਬਰਨ ਨੂੰ ਕਹਿ ਰਹੀ ਆ, ਲਿਪਾ ਪੋਚੀ ਨਹੀਂ ਕਰ ਰਹੀ। ਅਸੀਂ ਜਿਹੜੇ ਗੁਰਬਾਣੀ ਸੁਣਾਉਣ ਵਾਲੇ ਆ ਉਹਨਾਂ ਨੂੰ ਹਟਾ ਕੇ ਲਿਪਾ ਪੋਚੀ ਵਾਲਿਆਂ ਨੂੰ ਬਿਠਾ ਕੇ ਰਾਜੀ ਆ। ਇਹਦੇ ਨਾਲ ਸਾਡਾ ਆਪਣਾ ਵੀ ਨੁਕਸਾਨ ਤੇ ਸਾਡੇ ਬੱਚਿਆਂ ਦਾ ਵੀ ਨੁਕਸਾਨ, ਤੇ ਭਰਨਾ ਇਹ ਪੈਣਾ,
क्योंकि सतगुरु नाल पंगा जिन्हें ले लिया, समझ लो अकाल पुरख नाल पंगा ले लिया। जिन्हें सतगुरु का भै चकता, समझ लो अकाल पुरख का भै चकता। जिहड़ा गुरु ग्रंथ साहब नूं जिन्हें गुरु नहीं मन्निया, वो काहदा सिख है यार, उन्होंने सिख किवें कहा जा सकता। होर ही उरलियां परलियां जियां सुनाई जानियां, यही बाहला चलिया होया। ते इसे करके असीं भरमी जाने भाई, किते किते कर्मां वाले भागां वाले मनुख आ, जिथे कोई शब्द सुनाउण वाला ते जिथे शब्द सुनने वाले आ। सुनने वाले भी होण ना, सुनाउण वाला भी तां ही है, नहीं सुनाउण वाला भी की करेगा। सतगुर जेवड़ दाता को नहीं, सब सुनियो लोक सुबाया। इत्थे सारे लोकां नूं समझाया गया। चलो मन लैने, हो सकता हिंदू वीर कहण भी असीं नहीं सुनते तेरी गल, ठीक है, उन्हां दा वखरा धर्म आ, सॉरी भाजी ऐं कह देंगे। मुसलमान वीर हो सकता ना सुन कहण साडे ग्रंथ अपने हैगे आ, क्योंकि गल की है अपने अपने ग्रंथां दे मुताबक चल के चंगा मनुख बनना। असल चीज़ तो यह है, जिमें आपां ऐ कह लीए भी कोई कितों स्कूलों पढ़िया, कोई किसी स्कूलों पढ़िया, बस पढ़ गया। इसे तरह ही किसी भी धर्म दे विच दी जाओ, उपर हो जो, चंगे इंसान बनो। इत्थे सारियां वास्ते सिक्ख्या भावें कोई भी है, क्योंकि इत्थे मन नूं समझाया गया। मन तो सारे परेशान आ, पर सिखां वास्ते तां बेहद जरूरी है, क्योंकि सारे सिखां ने गुरबाणी नूं पहलां आप पढ़ना ते समझना ते जानना सी, फिर असीं दूजिआं नूं समझा सकते हैं कि साडे सिख धर्म दे विच, साडी गुरबाणी दे विच आ कुछ लिखिया होया। सतगुर जेवड़ दाता को नहीं। हुण इत्थे समझाया गया सतगुरु जिड्डा दाता तां कोई है ही नहीं भाई, ना कोई होया ते ना कोई होवेगा। सदियां दा ज्ञान आ, कुछ नहीं मंगदा, सच्चा सुच्चा ज्ञान आ, यह दिंदा ही दिंदा सतगुरु, सातों कुछ मंगदा नहीं। सब सुणिओ लोक सुभाया। सारे लोकां नूं कहा गया, खास करके सिखां नूं, भाई इस ज्ञान नूं जरूर सुणिओ। अपने विचों चंगा बंदा लैके, पढ़िया लिखिया बंदा लैके, मेहनती बंदा लैके उन्हों कहे तू पढ़ ते सानू सुना भाई। सारे जाणिਆਂ ਨੂੰ ਇਹ पता लगे गुरबाणी ਦੇ ਵਿੱਚ ਕੀ ਲਿਖਿਆ ਹੋਇਆ। बहुते सिखां ਨੂੰ सानू पता नहीं है गुरबाणी ਦੇ ਵਿੱਚ ਕੀ ਲਿਖਿਆ ਹੋਇਆ, ਇਸੇ ਕਰਕੇ ਅਸੀਂ लुटे जा रहे हैं। महाराज समझा रहे हैं सतगुर जेवड़ दाता को नहीं। ਅਸੀਂ ਮਨੁੱਖਾਂ ਨੂੰ ਦਾਤੇ बनाया होया, ਅਸੀਂ ਲੀਡਰਾਂ ਨੂੰ ਦਾਤੇ बनाया होया, पर महाराज समझा रहे हैं सतगुर दाता ਜਿਹੜੀ ਦਾਤ ਦਿੰਦਾ ਉਹ ਗਿਆਨ ਦੀ ਉਹ ਕਿਤੋਂ ਵੀ नहीं मिलती भाई। सब सुनिओ लोक सुभाया। सारे लोग इस ज्ञान नूं सुनिओ भाई, ज्ञानवान हो जाओगे। सतगुर मिलिया सच पाया। सतगुरु दे नाल जिहड़ा मिल गया, जिहड़ा सतगुरु दे मुताबिक चल पिया, सतगुरु ने सच दा ज्ञान दे देना। गुर दे नाल जिवें आपां कह लईए कोई मैथड तरीका जुगती, इत्थे सच दा गुर प्राप्त हुंदा। जिवें गुरु धारण करना हर एक खेतर च बहुत जरूरी है। कोई मिस्त्री बनना, कोई होर काम सीखना, तो गुरु धारण करना पैना। गुरु ने जुगतियां दसणियां, इत्थों आए नहीं ऐं कर लिया कर, इत्थों आए नहीं ऐं कर लिया कर। पर जे सच की प्राप्ति वल नूं चलना, जे परमात्मा की प्राप्ति वल नूं चलना ना, फिर सतगुरु दे नाल जुड़ना पऊ, सच दा गुर प्राप्त करना पऊ। सच्ची गुरबाणी है। सतगुर मिलिया सच पाया। जिहड़े सतगुरु दे नाल मिल गए उन्होंने सच पा लिया, सच्चे परमात्मा की प्राप्ति होगी। जिन्नी विचों आप गवाया, एक शर्त आ, जिन्नी किन्ना नूं सच की प्राप्ति हुई, जिन्नी विचों आप गवाया। जिन्हां ने अपनी हौमे कढ़ दित्ती, अपना आप गवा दिता, उन्ना चिर ज्ञान अंदर नहीं जाना। जिवें मान लो एक उदाहरण मेरी बनाई हुई है भी एक घड़ा खाली आ ते एक घड़ा हैगा भरिया होया, ते जिहड़ा खाली घड़ा उहदे ते पतला जिहा मोमी कागज लग्या होया, ते बच्चा जिहड़ा भरे हुए घड़े चों कप भरदा ते दूजे च पाउण दी कोशिश करदा, पर एक बूंद भी नहीं अंदर जा रही। क्यों? क्योंकि मोमी कागज लग्या होया। हुण सियाणे बंदे ने की कीता, मोमी कागज पाड़ दिता। हुण ओह घड़े दे विचों घड़े च पानी आराम दे नाल जाना शुरू हो गया। ये मोमी कागज की है? मोमी कागज साडी हौमे है। जे परमात्मा दे नाल मिलना, बाकी जिहड़े सारे काम आ वो कर्म कांडां च आ जांदे आ। ते जे परमात्मा अकाल पुरख नूं मिलना तां उहदे वास्ते मेहनत करनी पऊ, टाइम कढना पऊ, गुरबाणी नूं पढ़ना सुनना समझना पऊगा। ते गल्लां नाल ज्ञान नहीं आउंदा। अजकल गल्लां बालियां हो रहीआं ते ज्ञान दी गल तां मैनूं नहीं लगदा किते
हो रही होवे जां गुरबाणी दी विचार किते बहुत घट हो रही होगी, जे हो भी रही होगी तो अपने हिसाब किताब नाल अपने बंदियां तो ही कराई जा रही होगी, गुरबाणी नूं बदलिया जा रहा होगा। गुरबाणी तां कपाट खोल दिंदी है भाई, गुरबाणी किसे दे नाल वितकरा नहीं करदी, समझाउंदी है कि भाई तू एक ओंकार परमात्मा काल पुरख वाहिगुरू दे नाल जुड़ना ते इह गल्लां दे नाल ज्ञान प्राप्त नहीं हुंदा। जे हुण बच्चा कहे सारी सारी रात लंघ जाती है बच्चों की पढ़न की, तड़का तड़का हो जाता तां जाके किते ज्ञान प्राप्त हुंदा, ते गल्लां दे नाल करन वाला काम नहीं। महाराज समझा रहे हैं ज्ञान ना गल्ली ढूंढी है, ये ज्ञान प्राप्त करन वास्ते सानू इकट्ठे होना पऊ, बहना पऊ, बह के भावें थोड़ी संगत होवे भावें ज़्यादा होवे, एक जाने नूं ये सारा कुछ सानू सुनाउणा पऊ, उहनूं मेहनत बहुत ज़्यादा करनी पऊ, दूजिआं नूं ध्यान नाल सुनना पऊ, फिर ये टिकाओ दा काम आ, ये सुनन दा काम आ, ये सरवण करन दी गल्लां जिहड़ियां ज्ञान ये गल्लां दे नाल नहीं, गल्ली योग ना होए, गल्लां दे नाल योग नहीं हुंदा, गल्लां दे नाल परमात्मा दी प्राप्ति नहीं हुंदी, उहदे नाल मिलाप नहीं हुंदा। ज्ञान ना गल्ली ढूंढिए कथना करड़ा सार, कथना जिहड़ा ज्ञान नूं पढ़ना सुनना ते कथना करड़ा सार हुंदा लोहा, लोहा चब्बण दे बराबर आ भाई, इन्नी मेहनत करनी पैंदी। आपां बच्चिआं नूं ही देख लईए जिहड़े PhD करदे आ, MA करदे आ जां होर पढ़ाइयां MBBS करदे आ, किन्ना पढ़दे आ, ते जे परमात्मा दी पढ़ाई करनी होवे तां होर सानूं इन्नी मेहनत उन्हां बच्चिआं जिन्नी तां घट्टो घੱਟ करिए, पर असीं गल्लां नाल ही भालदे आ ते भी मत्था टेकिआ ते बस काम हो गया। नहीं भाई, सतगुर नूं सब को देखदा, जेता जगत संसार डिठे मुक्त ना होवे, जिचर शब्द ना करें विचार। शब्द दी विचार साडे आम अस्थानां तो ज़्यादातर खत्म हुंदी जा रही है, इस करके उत्तों उत्तों गल्लां बाहलियां हो रही। महाराज समझा रहे ज्ञान ना गल्ली ढूंढी है, गल्लां दे नाल ज्ञान नहीं आउंदा भाई, चुस्त चलाकियां नाल ज्ञान नहीं प्राप्त हुंदा। कथना करड़ा सहारे बड़ी कहनी भी बड़ी औखी गल आ भाई, कर्म मिले तां पाई है, होर हिकमत हुक्म खुआर। ये ज्ञान फिर प्राप्त किवें हुंदा? पहलां तां मेहनत करनी है, कर्म मिले तां पाई है। हुण कर्म दा अर्थ है बख्शिश। हुण इत्थे थोड़ा जिहा भुलेखा पै सकदा, जे बख्शिश हो जावे तां पाई है। होर हिकमत हुक्म खुआर, बाकी चलाकियां, हिकमत हुक्म हुंदा चलाकियां करनियां, चुस्त चलाकियां, ये खुआरी दियां खुआरी वाल नूं लैके जांदियां। कर्म मिले तां पाई है, तां परमात्मा की प्राप्ति हुंदी है। जे परमात्मा की बख्शिश हो जाए तां ज्ञान प्राप्त हुंदा। हुण बख्शिश किवें हुंदी है ये भी समझना, क्योंकि सानूं पंजां खंडां दे विच पहिलां समझाया। पहिलां धर्म खंड पढ़, ध्यान ना धर्म खंड विच पहुँच, समझ धर्म की है। सर्व धर्म में श्रेष्ठ धर्म, हर को नाम जप निर्मल कर्म, वो समझ धर्म खंड नूं। फिर ज्ञान खंड की अवस्था आवेगी, दूजा खंड आ ज्ञान खंड। तीजा खंड है शर्म खंड, जिहड़ा जिहदे विच मेहनत हुंदी है, वो ज्ञान ते मनुख चलदा ते दुनिया तोए तोए करदी है। दुनिया वालों नास्तिक भी कहाउंदा, बल्ला दुनिया वालों होर भी कई तरह के धब्बे लगदे आ। जदों नानक दे राह ते मनुख चलदा, कोई सौखा राह नहीं है ये। ते जिहड़ा दूजा राह बना लिया अजकल आम लोकां ने, वो पैसे बनाउण वाला, वो बहुत सौखा, उहदे विच कोई रिस्क नहीं, कुछ नहीं है, तां ही ज़्यादातर उधर नूं लोक पै गए। पर ये ज्ञान आ जिहड़ा, ये ज्ञान लैण वास्ते सानूं ये प्रोसैस विच लंघना पवेगा। पहला धर्म खंड, फिर ज्ञान खंड, फिर शर्म खंड, फिर आएगा कर्म खंड। जदों तुसीं चलोगे ज्ञान ते फिर ही बख्शिश प्राप्त होगी ना। जदों किसी टीचर के मुताबिक चल के आपां वधिया वधिया काम करके टीचर नूं दिखावांगे, फिर ही टीचर की बख्शिश प्राप्त होऊ ना। ये नहीं ना हो सकता भी टीचर की बख्शिश पहला प्राप्त हो जाए, पढ़न मैं मगरों लगा, नहीं, ये गलत आ। पहला मैं मेहनत करूँगा, मेहनत मेरी ते रहमत तेरी, फिर रहमत होऊ, फिर बख्शिश होगी। कर्म मिले तां पाई है, जिहड़े चल पैंदे हन परमात्मा दे रास्ते ते, उत्थे पहुँच नेड़े पहुँच जाते हैं। कर्मखंड तो बाद फिर सचखंड, सचखंड वसै निरंकार, उत्थे परमात्मा ही परमात्मा। ते सिख ने मुक्ति भी जिउंदिਆਂ नहीं लैनी है, मूए होए जो मुक्त दिओगे मुक्त न जानै कोयला। बाकी जिहड़े धर्म आ हो सकदा मरे तो बाद मुक्ति दिंदे होण, पर सिख धर्म मरे तो पहिलां
ਮੁਕਤੀ ਦੀ ਗੱਲ ਕਰਦਾ, क्योंकि जद खत्म हो गया चांस ही खत्म आ, फिर सवरना की है, जो मौत ही हो गई, ना कुछ सुन सकता, ना हिल सकता, ना कुछ बोल सकता। हुण मौका, हुण असीं अपने आप नूं बदल सकते हैं। करम मिले तां पाई है, होर हिकमत हुक्म खुआर, जे उहदी बख्शिश प्राप्त हो जाए तां सच वल नूं मनुखा जिहड़ा चल पैंदा। बाकी दियां जिहड़ियां हिकमत चुस्त चलाकियां वो खुआर ही करदियां हन मनुख नूं जी। पौड़ी नदर करह जे अपनी तां नदरी सतगुर पाया। नदर करह जे अपनी, जे परमात्मा वाहिगुरू जी नदर कर देवे, किरपा कर देण तां नदरी सतगुर पाया। तां नदर दे करके, किरपा दे करके सतगुरु की प्राप्ति हुंदी है। हुण की असीं उड़ीकीए भी सतगुरु परमात्मा नदर करनगे साडे ते? नहीं, साडे कोल तां सतगुरु अवेलेबल आ। हर रोज़ सतगुरु दे असीं दर्शन करते हैं, पर पढ़ते नहीं, सुनते नहीं, ध्यान नहीं करते। ये वार भी जिहड़ी अमृत वेले जिहड़ा है कीर्तन करके लंघ जाती, निगाह दित्ती जाती है, तो इहदे अर्थ भी नहीं कीते जाते ज़्यादातर। सतगुरु दे नाल मिलाप करना तो एक ओंकार तो लैके 18 10 20 तक हरेक सिख का सिलेबस आ भाई, तां सिख कहा सकते हैं असीं। कल्ली वर्दी पा के सिख नहीं बनया जा सकता। MBBS करके डॉक्टर बनता एक, तां एक उई वर्दी पा लैंदा, इन्ना फर्क आ। उई वर्दी वाले बहुते आ ते MBBS कीते वाले थोड़े ही हुंदे आ भाई। इसे तरह साडे सिखां दे विच आ, साडा सिलेबस आ सतगुरु गुरु ग्रंथ साहब सच्चे पातशाह एक ओंकार तो 18 10 20 तक पढ़ना, सुनना, समझना, ये साडा पहला फर्ज है। फिर नदर प्राप्त होगी। नदर करह जे अपनी तां नदरी सतगुर पाया। उहदी किरपा की निशानी ये है भी सतगुरु पा लिया। सतगुरु पा लिया तो फिर की आऊगा? आनंद आऊगा। आनंद भया मेरी माए सतगुरु मैं पाया। सतगुरु पाए की निशानी भी ये है भी आनंदत अवस्था बन जाएगी। चोरियां चकारियां मुक जाणगियां, दूजे ते दूजे कब्जे करने मुक जाणगे, कुट्टां मारां जिहड़ियां गुरु घरां दे विचों खत्म हो जाणगियां, कब्जे खत्म हो जाणगे। हक पराया नानका उस और उस गाए। जिद्दें ये गल दी समझ पै गई कि मेरा हक नहीं ये पराया हक आ, जिथे मैं दड़ा मारी बैठा, जिथे मैं दब्बी बैठा, फिर ये गल्लां दा सारियां दा पता लग जू तो मनुख परमात्मा वाले पासे नूं आपे ही चल पू। तो जिन्ना चਿਰ सतगुरु की विचार नहीं हुंदी, जिन्ना चਿਰ गुरु घरां दे विच पुकार पुकार के बार बार ये नहीं कहा जाता खुद गुरु ग्रंथ साहब नूं पढ़ो, गुरु ग्रंथ साहब की बाणी नूं विचारो, उन्ना चਿਰ गल नहीं बननी भाई। नदर करह जे अपनी तां नदरी सतगुर पाया। उहदी किरपा की निशानी हुण अपने आप ते देख सकते हैं भी किरपा हैगी जां नहीं है। सतगुरु नूं पा लिया कि नहीं पा लिया, गुरु की बाणी नाल जुड़ गया कि नहीं जुड़ गया। ये जियो बहुते जन्म परम्या तां सतगुर शब्द सुनाया। ये जियो जीड़ा ये बहुते जन्म भरमिया। जन्म जन्म की इस मन को मल लागी, काला होआ स्या खनली धोती उजली ना होवे, जे 100 धोबण पा। पहला तो मैं इस जन्म तो पहला पता नहीं कित्थे कित्थे भरमदा आया, ते हुण ये जन्म लैके भी जिन्ना चਿਰ सतगुरु नहीं मिलता उन्ना चਿਰ भी भरमदा ही आ मनुख। ये जीवन तो लैके जिन्ना चਿਰ मैं सतगुरु दे नाल नहीं जुड़िया, ये भी मेरे जन्मी जन्म मरनी होई गया, भरमदा ही रहा। ये जियो बहुते जन्म भरमिया तां सतगुर शब्द सुनाया। जदों डिग के हार के, जदों गुरु दे द्वारे ते आके डिग पिया, जदों कहा मन ने कि अब हम चली ठाकर पै हार, जब हम शरण प्रभु की आई, राख प्रभु भावें मार, तां सतगुर शब्द सुनाया। हुण सतगुरु शब्द सुणाउंदे आ, सतगुरु दा जो शब्द सुणाउंदे आ ते असीं सुणदे नहीं, जां जिहड़े सतगुरु दा शब्द सुणाउंदे आ उन्हां नूं असीं रहण नहीं दिंदे। असीं ओह सुण के राजी नहीं, क्योंकि गुरबाणी सानूं सबरन नूं कह रही आ, लिप्पा पोची नहीं कर रही। असीं जिहड़े गुरबाणी सुणाउण वाले आ उन्हां नूं हटा के लिप्पा पोची वालिआं नूं बिठा के राजी आ। इहदे नाल साडा अपना भी नुकसान ते साडे बच्चिआं दा भी नुकसान, ते भरना ये पैना। क्योंकि सतगुरु नाल पंगा जिहने ले लिया, समझ लो अकाल पुरख नाल पंगा ले लिया। जिन्हें सतगुरु का भै चकता, समझ लो अकाल पुरख का भै चकता। जिहड़ा गुरु ग्रंथ साहब नूं जिन्हें गुरु नहीं मन्निया, वो काहदा सिख है यार, उन्होंने सिख किवें कहा जा सकता। होर ही उरलियां परलियां जिहियां सुनाई जाणियां, यही बाहला चलिया होया। ते इसे करके असीं भरमी जाने भाई। किते किते कर्मां वाले
ਭਾਗਾਂ ਵਾਲੇ ਮਨੁੱਖ ਆ ਜਿੱਥੇ ਕੋਈ ਸ਼ਬਦ ਸੁਣਾਉਣ ਵਾਲਾ ਤੇ ਜਿੱਥੇ ਸ਼ਬਦ ਸੁਣਨ ਵਾਲੇ ਆ। ਸੁਣਨ ਵਾਲੇ ਵੀ ਹੋਣ ਨਾ, ਸੁਣਾਉਣ ਵਾਲਾ ਵੀ ਤਾਂ ਹੀ ਹੈ, ਨਹੀਂ ਸੁਣਾਉਣ ਵਾਲਾ ਵੀ ਕੀ ਕਰੇਗਾ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਇੱਥੇ ਸਾਰੇ ਲੋਕਾਂ ਨੂੰ ਸਮਝਾਇਆ ਗਿਆ। ਚਲੋ ਮੰਨ ਲੈਂਦੇ ਹਾਂ, ਹੋ ਸਕਦਾ ਹਿੰਦੂ ਵੀਰ ਕਹਿਣ ਵੀ ਅਸੀਂ ਨਹੀਂ ਸੁਣਦੇ ਤੇਰੀ ਗੱਲ, ਠੀਕ ਆ, ਉਹਨਾਂ ਦਾ ਵੱਖਰਾ ਧਰਮ ਆ, ਸੌਰੀ ਭਾਜੀ ਐਂ ਕਹਿ ਦਿਆਂਗੇ। ਮੁਸਲਮਾਨ ਵੀਰ ਹੋ ਸਕਦਾ ਨਾ ਸੁਣ, ਕਹਿਣ ਸਾਡੇ ਗ੍ਰੰਥ ਆਪਣੇ ਹੈਗੇ ਆ, ਕਿਉਂਕਿ ਗੱਲ ਕੀ ਆ, ਆਪਣੇ ਆਪਣੇ ਗ੍ਰੰਥਾਂ ਦੇ ਮੁਤਾਬਕ ਚੱਲ ਕੇ ਚੰਗਾ ਮਨੁੱਖ ਬਣਨਾ ਅਸਲ ਚੀਜ਼ ਤਾਂ ਇਹ ਹੈ। ਜਿਵੇਂ ਆਪਾਂ ਐਂ ਕਹਿ ਲਈਏ ਵੀ ਕੋਈ ਕਿਤੋਂ ਸਕੂਲੋਂ ਪੜ੍ਹਿਆ, ਕੋਈ ਕਿਸੇ ਸਕੂਲੋਂ ਪੜ੍ਹਿਆ, ਬਸ ਪੜ੍ਹ ਗਿਆ। ਇਸੇ ਤਰ੍ਹਾਂ ਹੀ ਆ, ਕਿਸੇ ਵੀ ਧਰਮ ਦੇ ਵਿੱਚ ਦੀ ਜਾਓ, ਉੱਪਰ ਹੋ ਜਾਓ, ਚੰਗੇ ਇਨਸਾਨ ਬਣੋ। ਇੱਥੇ ਸਾਰਿਆਂ ਵਾਸਤੇ ਸਿੱਖਿਆ, ਭਾਵੇਂ ਕੋਈ ਵੀ ਹੈ, ਕਿਉਂਕਿ ਇੱਥੇ ਮਨ ਨੂੰ ਸਮਝਾਇਆ ਗਿਆ। ਮਨ ਤੋਂ ਸਾਰੇ ਪਰੇਸ਼ਾਨ ਆ, ਪਰ ਸਿੱਖਾਂ ਵਾਸਤੇ ਤਾਂ ਬੇਹੱਦ ਜ਼ਰੂਰੀ ਹੈ, ਕਿਉਂਕਿ ਸਾਰੇ ਸਿੱਖਾਂ ਨੇ ਗੁਰਬਾਣੀ ਨੂੰ ਪਹਿਲਾਂ ਆਪ ਪੜ੍ਹਨਾ ਤੇ ਸਮਝਣਾ ਤੇ ਜਾਣਨਾ ਸੀ, ਫਿਰ ਅਸੀਂ ਦੂਜਿਆਂ ਨੂੰ ਸਮਝਾ ਸਕਦੇ ਹਾਂ ਕਿ ਸਾਡੇ ਸਿੱਖ ਧਰਮ ਦੇ ਵਿੱਚ, ਸਾਡੀ ਗੁਰਬਾਣੀ ਦੇ ਵਿੱਚ ਆਹ ਕੁਝ ਲਿਖਿਆ ਹੋਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ। ਹੁਣ ਇੱਥੇ ਸਮਝਾਇਆ ਗਿਆ ਸਤਿਗੁਰੂ ਜਿੱਡਾ ਦਾਤਾ ਤਾਂ ਕੋਈ ਹੈ ਹੀ ਨਹੀਂ ਭਾਈ, ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ। ਸਦੀਆਂ ਦਾ ਗਿਆਨ ਆ, ਇਹ ਕੁਝ ਨਹੀਂ ਮੰਗਦਾ, ਸੱਚਾ ਸੁੱਚਾ ਗਿਆਨ ਆ, ਇਹ ਦਿੰਦਾ ਹੀ ਦਿੰਦਾ। ਸਤਿਗੁਰੂ ਸਾਤੋਂ ਕੁਝ ਮੰਗਦਾ ਨਹੀਂ। ਸਭ ਸੁਣਿਓ ਲੋਕ ਸੁਭਾਇਆ। ਸਾਰੇ ਲੋਕਾਂ ਨੂੰ ਕਿਹਾ ਗਿਆ, ਖਾਸ ਕਰਕੇ ਸਿੱਖਾਂ ਨੂੰ, ਭਾਈ ਇਸ ਗਿਆਨ ਨੂੰ ਜ਼ਰੂਰ ਸੁਣਿਓ। ਆਪਣੇ ਵਿੱਚੋਂ ਚੰਗਾ ਬੰਦਾ ਲੈ ਕੇ, ਪੜ੍ਹਿਆ ਲਿਖਿਆ ਬੰਦਾ ਲੈ ਕੇ, ਮਿਹਨਤੀ ਬੰਦਾ ਲੈ ਕੇ ਉਹਨੂੰ ਕਹੇ ਤੂੰ ਪੜ੍ਹ ਤੇ ਸਾਨੂੰ ਸੁਣਾ ਭਾਈ। ਸਾਰੇ ਜਾਣਿਆਂ ਨੂੰ ਇਹ ਪਤਾ ਲੱਗੇ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੋਇਆ। ਬਹੁਤੇ ਸਿੱਖਾਂ ਨੂੰ ਸਾਨੂੰ ਪਤਾ ਨਹੀਂ ਹੈ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੋਇਆ, ਇਸੇ ਕਰਕੇ ਅਸੀਂ ਲੁੱਟੇ ਜਾ ਰਹੇ ਹਾਂ। ਮਹਾਰਾਜ ਸਮਝਾ ਰਹੇ ਹਨ, ਸਤਿਗੁਰ ਜੀਵੜ ਦਾਤਾ ਕੋ ਨਹੀਂ। ਅਸੀਂ ਮਨੁੱਖਾਂ ਨੂੰ ਦਾਤੇ ਬਣਾਇਆ ਹੋਇਆ, ਅਸੀਂ ਲੀਡਰਾਂ ਨੂੰ ਦਾਤੇ ਬਣਾਇਆ ਹੋਇਆ, ਪਰ ਮਹਾਰਾਜ ਸਮਝਾ ਰਹੇ ਹਨ ਸਤਿਗੁਰ ਦਾਤਾ ਜਿਹੜੀ ਦਾਤ ਦਿੰਦਾ ਉਹ ਗਿਆਨ ਦੀ, ਉਹ ਕਿਤੋਂ ਵੀ ਨਹੀਂ ਮਿਲਦੀ ਭਾਈ। ਸਭ ਸੁਣਿਓ ਲੋਕ ਸੁਭਾਇਆ। ਸਾਰੇ ਲੋਕ ਇਸ ਗਿਆਨ ਨੂੰ ਸੁਣਿਓ ਭਾਈ, ਗਿਆਨਵਾਨ ਹੋ ਜਾਓਗੇ। ਸਤਿਗੁਰ ਮਿਲਿਆ ਸੱਚ ਪਾਇਆ। ਸਤਿਗੁਰੂ ਦੇ ਨਾਲ ਜਿਹੜਾ ਮਿਲ ਗਿਆ, ਜਿਹੜਾ ਸਤਿਗੁਰੂ ਦੇ ਮੁਤਾਬਕ ਚੱਲ ਪਿਆ, ਸਤਿਗੁਰੂ ਨੇ ਸੱਚ ਦਾ ਗਿਆਨ ਦੇ ਦੇਣਾ। ਗੁਰ ਦੇ ਨਾਲ, ਜਿਵੇਂ ਆਪਾਂ ਕਹਿ ਲਈਏ ਕੋਈ ਮੈਥਡ, ਤਰੀਕਾ, ਜੁਗਤੀ, ਇੱਥੇ ਸੱਚ ਦਾ ਗੁਰ ਪ੍ਰਾਪਤ ਹੁੰਦਾ। ਜਿਵੇਂ ਗੁਰੂ ਧਾਰਨ ਕਰਨਾ ਹਰ ਇੱਕ ਖੇਤਰ 'ਚ ਬਹੁਤ ਜ਼ਰੂਰੀ ਹੈ। ਕੋਈ ਮਿਸਤਰੀ ਬਣਨਾ, ਕੋਈ ਹੋਰ ਕੰਮ ਸਿੱਖਣਾ, ਤਾਂ ਗੁਰੂ ਧਾਰਨ ਕਰਨਾ ਪੈਣਾ। ਗੁਰੂ ਨੇ ਜੁਗਤੀਆਂ ਦੱਸਣੀਆਂ, ਇੱਥੋਂ ਆਏ ਨਹੀਂ ਐਂ ਕਰ ਲਿਆ ਕਰ, ਇੱਥੋਂ ਆਏ ਨਹੀਂ ਐਂ ਕਰ ਲਿਆ ਕਰ। ਪਰ ਜੇ ਸੱਚ ਦੀ ਪ੍ਰਾਪਤੀ ਵੱਲ ਨੂੰ ਚੱਲਣਾ, ਜੇ ਪ੍ਰਮਾਤਮਾ ਦੀ ਪ੍ਰਾਪਤੀ ਵੱਲ ਨੂੰ ਚੱਲਣਾ ਨਾ, ਫਿਰ ਸਤਿਗੁਰੂ ਦੇ ਨਾਲ ਜੁੜਨਾ ਪਊ, ਸੱਚ ਦਾ ਗੁਰ ਪ੍ਰਾਪਤ ਕਰਨਾ ਪਊ। ਸੱਚੀ ਗੁਰਬਾਣੀ ਹੈ। ਸਤਿਗੁਰ ਮਿਲਿਆ ਸੱਚ ਪਾਇਆ। ਜਿਹੜੇ ਸਤਿਗੁਰੂ ਦੇ ਨਾਲ ਮਿਲ ਗਏ ਉਹਨਾਂ ਨੇ ਸੱਚ ਪਾ ਲਿਆ, ਸੱਚੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿੰਨੀ ਵਿੱਚੋਂ ਆਪ ਗਵਾਇਆ, ਇੱਕ ਸ਼ਰਤ ਆ, ਕਿੰਨਾਂ ਨੂੰ ਸੱਚ ਦੀ ਪ੍ਰਾਪਤੀ ਹੋਈ, ਜਿੰਨੀ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਆਪਣੀ ਹਉਮੈ ਕੱਢ ਦਿੱਤੀ, ਆਪਣਾ ਆਪ ਗਵਾ ਦਿੱਤਾ, ਉਹਨਾਂ ਚਿਰ ਗਿਆਨ ਅੰਦਰ ਨਹੀਂ ਜਾਣਾ। ਜਿਵੇਂ ਮੰਨ ਲਓ ਇੱਕ ਉਦਾਹਰਨ ਮੇਰੀ ਬਣਾਈ ਹੋਈ ਆ ਵੀ ਇੱਕ ਘੜਾ ਖਾਲੀ ਆ ਤੇ ਇੱਕ ਘੜਾ ਹੈਗਾ ਭਰਿਆ ਹੋਇਆ, ਤੇ ਜਿਹੜਾ ਖਾਲੀ ਘੜਾ ਉਹਦੇ ਤੇ ਪਤਲਾ ਜਿਹਾ ਮੋਮੀ ਕਾਗਜ਼ ਲੱਗਿਆ ਹੋਇਆ, ਤੇ ਬੱਚਾ ਜਿਹੜਾ ਭਰੇ ਹੋਏ ਘੜੇ ਚੋਂ ਕੱਪ ਭਰਦਾ ਤੇ ਦੂਜੇ 'ਚ ਪਾਉਣ ਦੀ ਕੋਸ਼ਿਸ਼ ਕਰਦਾ, ਪਰ ਇੱਕ ਬੂੰਦ ਵੀ ਨਹੀਂ ਅੰਦਰ ਜਾ ਰਹੀ। ਕਿਉਂ? ਕਿਉਂਕਿ ਮੋਮੀ ਕਾਗਜ਼ ਲੱਗਿਆ ਹੋਇਆ। ਹੁਣ ਸਿਆਣੇ ਬੰਦੇ ਨੇ ਕੀ ਕੀਤਾ, ਮੋਮੀ ਕਾਗਜ਼ ਪਾੜ ਦਿੱਤਾ। ਹੁਣ ਉਹ ਘੜੇ ਦੇ ਵਿੱਚੋਂ, ਉਹ ਘੜੇ 'ਚ ਪਾਣੀ ਆਰਾਮ ਦੇ ਨਾਲ ਜਾਣਾ ਸ਼ੁਰੂ ਹੋ ਗਿਆ। ਇਹ ਮੋਮੀ ਕਾਗਜ਼ ਕੀ ਆ? ਮੋਮੀ ਕਾਗਜ਼ ਸਾਡੀ ਹਉਮੈ ਆ। ਮੈਨੂੰ ਬਹੁਤ ਕੁਛ ਆਉਂਦਾ, ਮੈਂ ਬਹੁਤ ਸਿਆਣਾ, ਇਹ ਕੌਣ ਆ, ਉਹ ਕੀ ਆ, ਆਹ ਕੀ ਆ। ਬਸ ਇਹ ਨਖਰਿਆਂ ਦੇ ਵਿੱਚ ਹੀ ਮਨੁੱਖ ਆਪਣਾ ਜੀਵਨ ਆ ਜਿਹੜਾ ਖਰਾਬ ਕਰ ਲੈਂਦਾ। ਹਉਮੈ ਵਾਲੇ ਬੰਦੇ ਦੇ ਹਉਮੈ ਨਾਵਾਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਹਉਮੈ ਵਾਲਾ ਬੰਦਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ, ਤੇ ਜਿਹਨੇ ਗਿਆਨ ਪ੍ਰਾਪਤ ਕਰ ਲਿਆ ਉਹਦੇ ਵਿੱਚ ਹਉਮੈ ਨਹੀਂ ਰਹਿ ਸਕਦੀ। ਸਤਿਗੁਰ ਮਿਲਿਆ ਸੱਚ ਪਾਇਆ।
ਕਿੰਨਾਂ ਨੂੰ ਮਿਲਿਆ ਸਤਿਗੁਰੂ, ਕਿੰਨਾਂ ਨੇ ਸੱਚ ਦੀ ਪ੍ਰਾਪਤੀ ਕੀਤੀ? ਜਿੰਨੀ ਵਿੱਚੋਂ ਆਪ ਗਵਾਇਆ। ਗੁਰਬਾਣੀ ਸਾਡੀ ਆਪਣੀ ਮੈਂ ਨੂੰ ਕੱਢਦੀ ਹੈ, ਆਪਣੀ ਹਉਮੈ ਨੂੰ ਕੱਢਦੀ ਹੈ। ਜਿਵੇਂ ਅਸੀਂ ਪਿਛਲੇ ਸ਼ਲੋਕ ਪੜ੍ਹ ਕੇ ਆਏ ਹਾਂ, ਸ੍ਰੀ ਰਾਮ ਚੰਦਰ ਜੀ ਦੀ ਅਵਤਾਰ ਬਾਰੇ ਪੜ੍ਹ ਕੇ ਆਏ ਹਾਂ, ਸ੍ਰੀ ਕ੍ਰਿਸ਼ਨ ਜੀ ਦੀਆਂ ਕਹਾਣੀਆਂ ਬਾਰੇ ਪੜ੍ਹ ਕੇ ਆਏ ਹਾਂ, ਚੰਦ ਤੇ ਸੂਰਜ ਬਾਰੇ ਪੜ੍ਹ ਕੇ ਆਏ ਹਾਂ। ਇੰਨਾ ਕੁਝ ਕਿਵੇਂ ਪਤਾ ਲੱਗ ਗਿਆ, ਕਿੱਡਾ ਕਿੱਡਾ, ਤੇ ਇਹਨਾਂ ਦੇ ਸਾਰੇ ਚੰਦ ਸੂਰਜ ਏਡੇ ਏਡੇ ਅਵਤਾਰਾਂ ਦੇ ਮੁਕਾਬਲੇ 'ਚ ਮੈਂ ਕੀ ਹਾਂ? ਮੈਂ ਤਾਂ ਕੁਛ ਵੀ ਨਹੀਂ। ਇੱਥੇ ਬੰਦਾ ਹੋ ਗਿਆ ਜ਼ੀਰੋ, ਹਉਮੈ ਗਈ ਨਿਕਲ ਤੇ ਗਿਆਨ ਪੈਣਾ ਹੋ ਗਿਆ ਸ਼ੁਰੂ। ਜਿੰਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਇਹ ਸਤਿਗੁਰੂ ਐਸੇ ਆ, ਇਹ ਗੁਰਬਾਣੀ ਐਸੀ ਆ, ਸੱਚ ਦੇ ਨਾਲ ਬੁੱਝ ਲਿਆ, ਜਾਣ ਲਿਆ। ਜਿਵੇਂ ਟੀਚਰ ਗੁਰੂ, ਬੱਚਾ ਪੜ੍ਹਨ ਲੱਗਦਾ, ਕੁਛ ਨਹੀਂ ਆਉਂਦਾ, ਜਦੋਂ BA ਕਰਕੇ ਘਰ ਆਉਂਦਾ 12 13 14 ਸਾਲ ਲੱਗ ਤਾਂ ਜਾਂਦੇ ਆ, ਪਰ ਉਹ ਬਹੁਤ ਕੁਝ ਜਾਣਦਾ ਹੁੰਦਾ। ਇਸੇ ਤਰ੍ਹਾਂ ਸਾਨੂੰ ਕੁਝ ਵੀ ਨਹੀਂ ਆਉਂਦਾ, ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਤਾਂ ਸਾਨੂੰ ਬਹੁਤ ਕੁਝ ਆਉਣ ਲੱਗ ਜਾਂਦਾ। ਜਿਨ ਸੱਚੋ ਸੱਚ ਬੁਝਾਇਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਐਸੀ ਹੈ, ਸੱਚ ਰੂਪ ਹੈ, ਸੱਚ ਦੀ ਬੁਝਾ ਦਿੰਦੀ ਹੈ, ਸੱਚ ਨੂੰ ਸਮਝਾ ਦਿੰਦੀ ਹੈ, ਤੇ ਸੱਚ ਦੇ ਨਾਲ ਮਨੁੱਖ ਜੁੜ ਜਾਂਦਾ। ਬਸ ਝੂਠ ਹੀ ਅੰਦਰੋਂ ਨਿਕਲਣਾ ਚਾਹੀਦਾ, ਸੱਚ ਹੀ ਮਨੁੱਖ ਦੇ ਅੰਦਰ ਆਉਣਾ ਚਾਹੀਦਾ। ਸੱਚਾ ਹੀ ਨਾਮ ਆ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋ ਇਸ ਕਰਕੇ ਸਾਰੀ ਪੌੜੀਆਂ ਤੇ ਦੋਨਾਂ ਜਿਹੜੇ ਸ਼ਲੋਕ ਆ, ਇਹਨਾਂ ਦੀ ਵਿਚਾਰ ਜੇ ਆਪਾਂ ਇਕੱਠੀ ਕਰੀਏ, ਇਹੀ ਆ ਕਿ ਸਤਿਗੁਰੂ ਦੇ ਨਾਲ ਜੁੜੀਏ ਭਾਈ। ਸਤਿਗੁਰੂ ਤੋਂ ਬਹੁਤ ਪਾਸਾ ਵੱਟਿਆ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਤੋਂ ਅਸੀਂ ਮੁਨਕਰ ਹੋਏ ਆ। ਸਾਡੇ ਮੁਖੀ ਸਾਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਤੇ ਅਸੀਂ ਪੜ੍ਹਨਾ ਨਹੀਂ ਚਾਹੁੰਦੇ। ਕਸੂਰ ਦੋਨਾਂ ਦੇ ਵਿੱਚ ਹੀ ਹੈ। ਐਦੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਪੜ੍ਹਨੀ ਆਉਂਦੀ ਹੋਵੇ। ਇਹਨੂੰ ਪੜ੍ਹਾਉਣ ਦੇ ਵਾਸਤੇ ਕਿ ਇਹਦੇ ਵਿੱਚ ਕੀ ਲਿਖਿਆ, ਸਾਨੂੰ ਬਾਹਰੋਂ ਬੰਦੇ ਲਿਆਉਣੇ ਪੈਂਦੇ ਹੋਣ ਵੀ ਸਾਨੂੰ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਲਿਖਿਆ, ਤੇ ਫਿਰ ਅਸੀਂ ਕਿੱਥੋਂ ਕਾਮਯਾਬ ਹੋ ਜਾਵਾਂਗੇ। ਇਸ ਕਰਕੇ ਗੁਰਬਾਣੀ ਸਿੱਖ ਦਾ ਸਿਲੇਬਸ ਆ। ਖੁਦ ਗੁਰਬਾਣੀ ਦੇ ਨਾਲ ਜੁੜੋ, ਖੁਦ ਗੁਰਬਾਣੀ ਨੂੰ ਪੜ੍ਹੋ, ਸਮਝੋ ਤੇ ਆਪਣਾ ਜੀਵਨ ਉੱਚਾ ਕਰੋ। ਆਨੰਦ ਮਾਣੋ ਜ਼ਿੰਦਗੀ ਦਾ ਭਾਈ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।